Good morning, students. Myself, Nanak Singh, Assistant Professor of English in Krishna College of Higher Education, Raleigh. Welcome to the Spoken English course, day 2nd. Students, yesterday we have discussed about subject, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਇੱਕ ਸੈਂਟੈਂਸ ਬਣਾਉਣ ਦੇ ਲਈ ਸਾਡੇ ਕੋਲ ਸਬਜੈਕਟ, ਵਰਬ ਅਤੇ ਅਬਜੈਕਟ ਤਿੰਨਾਂ ਦਾ ਹੋਣਾ ਜ਼ਰੂਰੀ ਹੈ। ਤਾਂ ਇਸ ਲਈ ਸਟੂਡੈਂਟਸ ਅਸੀਂ ਨੇ ਕੱਲ੍ਹ ਕੀ ਡਿਸਕਸ ਕੀਤਾ ਸੀ, ਵੀ ਹੈਵ ਡਿਸਕਸਡ ਸਬਜੈਕਟ, ਅਤੇ ਅੱਜ ਸਟੂਡੈਂਟਸ ਅਸੀਂ ਸੈਕੰਡ ਡੇ ਦੇ ਵਿੱਚ ਵਰਬ ਬਾਰੇ ਫੈਮਿਲੀਅਰ ਹੋਵਾਂਗੇ ਕਿ ਵਰਬ ਕੀ ਹੁੰਦੀ ਹੈ ਅਤੇ ਕਿਵੇਂ ਯੂਜ ਕੀਤੀ ਜਾਂਦੀ ਹੈ, ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਸਟੂਡੈਂਟਸ ਵਰਬ ਦਾ ਮੀਨਿੰਗ ਹੈ ਐਕਸ਼ਨ। ਪੰਜਾਬੀ ਦੇ ਵਿੱਚ ਵਰਬ ਨੂੰ ਕਿਰਿਆ ਕਿਹਾ ਜਾਂਦਾ ਹੈਗਾ। ਕੋਈ ਵੀ ਕੰਮ ਲਗਾ ਲਓ ਜਾਂ ਕਿਰਿਆ, ਠੀਕ ਹੈ ਜੀ। ਤਾਂ ਵਰਬ ਕੀ ਹੈ, ਪੰਜਾਬੀ ਦੇ ਵਿੱਚ ਕਿਰਿਆ ਕਿਹਾ ਜਾਂਦਾ ਹੈ। ਵਰਬ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਵੀ ਆਰ ਗੋਇੰਗ ਟੂ ਰੀਡ ਆ ਡੈਫੀਨੇਸ਼ਨ। ਅਸੀਂ ਵਰਬ ਨੂੰ ਸਮਝਣ ਦੇ ਲਈ ਇੱਕ ਡੈਫੀਨੇਸ਼ਨ ਪੜ੍ਹਦੇ ਹਾਂ ਸਟੂਡੈਂਟਸ। ਦਾ ਵਰਡ ਕਹਿੰਦੇ ਕੋਈ ਸ਼ਬਦ ਦੈਟ ਸਟੈਂਡ ਫਾਰ ਡੂਇੰਗ ਸਮਥਿੰਗ, ਕੁਝ ਕਰਨ ਦੇ ਲਈ ਆ ਜਾਂਦਾ, ਇਜ਼ ਕਾਲਡ ਸਬਜੈਕਟ। ਉਸਨੂੰ ਕੀ ਕਿਹਾ ਜਾਂਦਾ ਸਟੂਡੈਂਟਸ, ਸਬਜੈਕਟ ਕਿਹਾ ਜਾਂਦਾ ਹੈ। ਤਾਂ ਸਟੂਡੈਂਟਸ ਕੀ ਹੈਗਾ, ਦਾ ਵਰਡ ਦੈਟ ਸਟੈਂਡ ਫॉर ਡੂਇੰਗ ਸਮਥਿੰਗ ਇਜ਼ ਕਾਲਡ ਵਰਬ। ਵਾਕ ਦੇ ਵਿੱਚ ਕੋਈ ਵੀ ਸ਼ਬਦ ਜੋ ਕੁਝ ਕੰਮ ਕਰ ਰਿਹਾ, ਜੋ ਕੋਈ ਐਕਸ਼ਨ ਹੋਣ ਦਾ ਸੰਕੇਤ ਦੇ ਰਿਹਾ ਹੈਗਾ, ਉਹਨੂੰ ਅਸੀਂ ਵਰਬ ਆਖਦੇ ਹਾਂ। ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੁਹਾਨੂੰ ਸਮਝਾਉਣਾ, ਪੀਟਰ ਇਜ਼ ਇਨ ਦਾ ਗਰਾਊਂਡ। ਪੀਟਰ ਇਜ਼ ਇਨ ਦਾ ਗਰਾਊਂਡ, ਪਲੇਇੰਗ ਇਨ ਦਾ ਗਰਾਊਂਡ। ਤਾਂ ਸਟੂਡੈਂਟਸ ਕੀ ਹੈਗਾ, ਹੁਣ ਪੀਟਰ ਇਜ਼ ਪਲੇਇੰਗ ਇਨ ਦਾ ਗਰਾਊਂਡ ਹੈ, ਪੀਟਰ ਗਰਾਊਂਡ ਵਿੱਚ ਖੇਡ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਕੀ ਦੇਖਣਾ, ਅਸੀਂ ਸਬਜੈਕਟ ਦੇਖਣਾ ਹੈਗਾ ਕਿ ਇਹ ਸੈਂਟੈਂਸ ਦੇ ਵਿੱਚ ਸਬਜੈਕਟ ਕੀ ਹੈ। ਪਹਿਲਾਂ ਤੁਸੀਂ ਸਬਜੈਕਟ ਕਿਵੇਂ ਦੇਖਦੇ ਹੁੰਦੇ ਹੋ, ਹੂ ਲਗਾ ਕੇ, WHO, ਹੂ ਇਜ਼ ਪਲੇਇੰਗ ਇਨ ਦਾ ਗਰਾਊਂਡ। ਗਰਾਊਂਡ ਵਿੱਚ ਕੌਣ ਖੇਡ ਰਿਹਾ, ਪੀਟਰ ਖੇਡ ਰਿਹਾ। ਤਾਂ ਪੀਟਰ ਕੀ ਹੈ, ਸਾਡਾ ਨਾਊਨ। ਨਾਊਨ ਕੀ ਬਣ ਗਿਆ, ਸਾਡਾ ਸਬਜੈਕਟ। ਸਬਜੈਕਟ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਸਟੂਡੈਂਟਸ ਤੁਸੀਂ ਮੇਰੇ ਪ੍ਰੀਵੀਅਸ ਲੈਕਚਰ ਨੂੰ ਸੁਣ ਸਕਦੇ ਹੋ, ਠੀਕ ਹੈ ਜੀ। ਸਬਜੈਕਟ ਕੀ ਹੋ ਗਿਆ, ਸਾਡਾ ਪੀਟਰ ਹੋ ਗਿਆ। ਤਾਂ ਹੁਣ ਸਬਜੈਕਟ ਦਾ ਐਕਸ਼ਨ ਦੇਖੋ, ਹੈ ਨਾ। ਤਾਂ ਸਬਜੈਕਟ ਕੀ ਕਰ ਰਿਹਾ, ਸਾਡਾ ਕਿਰਿਆ ਕੀ ਕਰ ਰਿਹਾ, ਪਲੇ ਕਰ ਰਿਹਾ ਹੈਗਾ, ਖੇਡ ਰਿਹਾ। ਤਾਂ ਪਲੇ ਸਾਡੀ ਕੀ ਹੋ ਗਈ ਸਟੂਡੈਂਟਸ, ਵਰਬ ਹੋ ਗਈ। ਤਾਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਸੈਕੰਡ ਡੈਫੀਨੇਸ਼ਨ ਦੇਖੋ, ਵਰਬ ਡਿਸਕ੍ਰਾਈਬਸ ਦਾ ਐਕਸ਼ਨ। ਵਰਬ ਕਹਿੰਦੇ ਕੰਮ ਨੂੰ ਡਿਸਕ੍ਰਾਈਬ ਕਰਦੀ ਹੈ, ਔਰ ਸਟੇਟ ਛੱਡ ਦਿਓ ਫਿਲਹਾਲ ਲਈ, ਆਫ ਦਾ ਸਬਜੈਕਟ। ਵਰਬ ਡਿਸਕ੍ਰਾਈਬਸ ਦਾ ਐਕਸ਼ਨ ਆਫ ਦਾ ਸਬਜੈਕਟ। ਤਾਂ ਕਰਤਾ ਦੇ ਜਿਹੜੇ ਕੰਮ ਨੂੰ ਬਿਆਨ ਕਰਨ ਵਾਲਾ ਸ਼ਬਦ ਹੁੰਦਾ, ਕਰਤਾ ਦੇ ਕੰਮ ਨੂੰ ਦੱਸਣ ਵਾਲਾ ਸ਼ਬਦ ਹੁੰਦਾ, ਉਹ ਸਾਡਾ ਕੀ ਹੁੰਦਾ ਸਟੂਡੈਂਟਸ, ਵਰਬ ਹੁੰਦਾ। ਸੈਕੰਡ ਐਗਜ਼ਾਮਪਲ ਦੇਖੋ, ਐਰਕ ਇਜ਼ ਪਲਕਿੰਗ ਦਾ ਫਲਾਵਰ। ਐਰਕ ਫੁੱਲਾਂ ਨੂੰ ਤੋੜ ਰਿਹਾ ਹੈ, ਐਰਕ ਇਜ਼ ਪਲਕਿੰਗ ਦਾ ਫਲਾਵਰਜ਼। ਤਾਂ ਸਬਜੈਕਟ ਦੇ ਕੰਮ ਨੂੰ ਦੱਸਣ ਵਾਲਾ ਵਰਡ ਕੀ ਹੈ, ਵਰਬ ਹੈ। ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਕੀ ਜਾਣਨਾ ਹੋਏਗਾ, ਸਬਜੈਕਟ ਕੀ, ਸਬਜੈਕਟ ਕੀ ਹੈ। ਐਰਿਕ ਇਜ਼ ਪਲਕਿੰਗ ਦਾ ਫਲਾਵਰ, ਤਾਂ ਫੁੱਲਾਂ ਨੂੰ ਕੌਣ ਤੋੜ ਰਹੇਗਾ, ਐਰਿਕ। ਐਰਿਕ ਜਿਹੜਾ ਕਿਸੇ ਦਾ ਨਾਮ ਹੈ, ਇਹ ਕੀ ਹੈ, ਸਾਡਾ ਸਬਜੈਕਟ। ਸਾਨੂੰ ਸਬਜੈਕਟ ਕੱਢ ਲਿਆ ਸੀ ਨੇ ਕਿ ਐਰਿਕ ਕੀ ਹੈ, ਸਬਜੈਕਟ ਹੈ। ਹੁਣ ਐਰਿਕ ਦੇ ਕੰਮ ਨੂੰ ਬਿਆਨ ਕਰਨ ਵਾਲਾ, ਐਰਿਕ ਦਾ ਐਕਸ਼ਨ ਕੀ ਹੋ ਰਹੇਗਾ, ਐਰਿਕ ਕੀ ਕਰ ਰਹੇਗਾ, ਐਕਸ਼ਨ ਪਲੱਕ ਕਰ ਰਹੇਗਾ, ਤੋੜ ਰਹੇਗਾ, ਹੈ ਨਾ। ਕਿਹਨਾਂ ਨੂੰ ਤੋੜ ਰਿਹਾ, ਫੁੱਲਾਂ ਨੂੰ। ਤਾਂ ਪਲੱਕ ਕਰਨਾ, ਫੁੱਲ ਤੋੜਨਾ ਕੀ ਹੈ ਪੁੱਤ, ਜਾਂ ਕੁਛ ਵੀ ਤੋੜਨਾ, ਉਹ ਕੀ ਹੈ, ਇੱਕ ਕਿਰਿਆ ਹੈਗੀ, ਹੈ ਨਾ। ਤਾਂ ਪਲੱਕ ਕੀ ਹੈ, ਇੱਕ ਕਿਰਿਆ ਹੈ, ਇੱਕ ਐਕਸ਼ਨ ਹੈਗਾ, ਉਹਦਾ ਕੰਮ ਹੈਗਾ ਐਰਿਕ ਦਾ ਪਲੱਕ। ਤਾਂ ਪਲੱਕ ਕੀ ਹੋ ਗਈ, ਸਾਡੀ ਵਰਬ ਹੋ ਗਈ। ਤਾਂ ਫਸਟ ਲਾਈਨ ਦੇ ਵਿੱਚ ਇਹ ਚੀਜ਼ ਕਲੀਅਰ ਹੋਈ। ਸੈਕੰਡ ਲਾਈਨ ਕੀ ਕਰੀਏ, ਵਰਬ ਡਿਸਕ੍ਰਾਈਬਸ। ਹੁਣ ਇੱਥੇ ਦਾ ਐਕਸ਼ਨ ਕੱਟ ਕੇ ਔਰ ਸਟੇਟ ਵਾਲਾ ਵਰਡ ਦੇਖੋ, ਵਰਬ ਡਿਸਕ੍ਰਾਈਬਸ ਦਾ ਸਟੇਟ ਆਫ ਦਾ ਸਬਜੈਕਟ। ਵਰਬ ਕੀ ਹੁੰਦੀ ਹੈ, ਸਬਜੈਕਟ ਦੀ ਸਟੇਟ ਨੂੰ ਦੱਸਦੀ ਹੈ, ਸਬਜੈਕਟ ਦੀ ਸਟੇਟ ਨੂੰ। ਸਟੇਟ ਵਰਡ ਦਾ ਇੱਥੇ ਕੀ ਅਰਥ ਹੈ, ਸਟੇਟ ਮੀਨਸ ਸਬਜੈਕਟ ਦੇ ਜਦੋਂ ਸਾਨੂੰ ਪਾਸਟ, ਪ੍ਰੈਜੈਂਟ ਅਤੇ ਫਿਊਚਰ ਦਾ ਪਤਾ ਲੱਗੇ ਜਿਨ੍ਹਾਂ ਸ਼ਬਦਾਂ ਤੋਂ, ਉਹਨਾਂ ਨੂੰ ਅਸੀਂ ਸਟੇਟ ਵਰਬਸ ਜਾਂ ਕੀ ਕਹਿ ਦਿੰਦੇ ਹਾਂ,
ਸਟੇਟ ਕਹਿ ਦਿੰਦੇ ਆ, ਹੈ ਨਾ। ਵਰਬ ਡਿਸਕ੍ਰਾਈਬਸ ਦਾ ਸਟੇਟ ਆਫ ਦਾ ਸਬਜੈਕਟ, ਉਹ ਸ਼ਬਦ ਜਿਨ੍ਹਾਂ ਤੋਂ ਸਬਜੈਕਟ ਦੇ ਪ੍ਰੈਜੈਂਟ, ਪਾਸਟ ਤੇ ਫਿਊਚਰ ਦਾ ਪਤਾ ਚੱਲਦਾ ਗਾ, ਉਹ ਕੀ ਹੁੰਦੀ ਹੈ, ਵਰਬ ਹੁੰਦੀ ਹੈ ਨਾ। ਜਿਵੇਂ ਐਗਜ਼ਾਮਪਲ ਦੇਖੋ, ਨੀਚੇ ਦਿੱਤੀ ਹੋਈ ਹੈ ਸਟੂਡੈਂਟਸ, ਨੌਰਾ ਇਜ਼ 8 months old। ਨੌਰਾ ਕਿੰਨੇ ਮਹੀਨੇ ਦੀ ਹੈ, 8 ਮਹੀਨੇ ਦੀ ਹੈ। ਹੁਣ ਨੌਰਾ ਕੀ ਹੈ ਸਟੂਡੈਂਟਸ, ਸਬਜੈਕਟ ਹੈ, ਕਿੰਨੇ ਮਹੀਨੇ ਦੀ ਹੈ, 8 ਦੀ। ਪ੍ਰੈਜੈਂਟ ਦੇ ਵਿੱਚ, ਪਾਸਟ ਦੇ ਵਿੱਚ, ਤਾਂ ਫਿਊਚਰ ਦੇ ਵਿੱਚ ਕਿਹੜੇ ਵਰਡ ਤੋਂ ਪਤਾ ਲੱਗ ਰਿਹਾ, ਇਜ਼ ਤੋਂ। ਇਜ਼ ਮੀਨਸ ਪ੍ਰੈਜੈਂਟ ਦੇ ਵਿੱਚ, ਹੈ ਨਾ। ਤਾਂ ਇਜ਼ ਤੋਂ ਸਾਨੂੰ ਉਹਦੀ ਸਬਜੈਕਟ ਨੌਰਾ ਦੀ ਸਟੇਟ ਦਾ ਪਤਾ ਲੱਗਿਆ ਕਿ ਪ੍ਰੈਜੈਂਟ ਦੇ ਵਿੱਚ ਨੌਰਾ ਕਿੰਨੇ ਮਹੀਨੇ ਦੀ ਹੈ, 8 ਮਹੀਨੇ ਦੀ ਹੈ। ਤਾਂ ਕਰਕੇ ਇਜ਼ ਕੀ ਹੈ ਸਟੂਡੈਂਟਸ, ਸਾਡਾ ਸਟੇਟ ਪਤਾ ਲੱਗ ਰਹੀ ਹੈ। ਇਜ਼ ਕੀ ਹੈ ਹੁਣ, ਵਰਬ ਹੈ ਸਾਡੀ। ਇਸੇ ਤਰ੍ਹਾਂ ਸਟੂਡੈਂਟਸ ਇੱਕ ਐਗਜ਼ਾਮਪਲ ਹੋਰ ਦੇਖ ਲਓ ਵਰਬ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ। ਸ਼ੀ ਰੀਡਸ ਆ ਪਲੇ, ਉਹ ਇੱਕ ਪਲੇ ਪੜ੍ਹਦੀ ਹੈ ਜਾਂ ਉਹ ਇੱਕ ਡਰਾਮਾ ਪੜ੍ਹਦੀ ਹੈ ਨਾ। ਤਾਂ ਸਟੂਡੈਂਟਸ ਪਹਿਲਾਂ ਤਾਂ ਸਾਨੂੰ ਕੀ ਦੇਖਣਾ ਹੈਗਾ, ਸਬਜੈਕਟ ਦੇਖਣਾ, ਫਿਰ ਸਬਜੈਕਟ ਦਾ ਐਕਸ਼ਨ ਦੇਖਣਾ ਹੈਗਾ। ਤਾਂ ਸ਼ੀ ਕੀ ਹੈ ਸਟੂਡੈਂਟਸ, ਇਸ ਸੈਂਟੈਂਸ ਦੇ ਵਿੱਚ ਸਬਜੈਕਟ ਹੈ। ਇਹ ਸ਼ੀ ਹੁਣ ਨਾਊਨ ਨਹੀਂ ਹੈਗਾ, ਸ਼ੀ ਕੀ ਹੈ, ਪ੍ਰੋਨਾਊਨ ਹੈਗਾ। ਸ਼ੀ ਕੀ ਹੈ ਸਾਡੀ ਸਬਜੈਕਟ ਹੋ ਗਈ। ਉਸ ਤੋਂ ਬਾਅਦ ਸਟੂਡੈਂਟਸ ਨੌਰਾ ਕੀ ਪੜ੍ਹ, ਇੱਕ ਡਰਾਮਾ ਪੜ੍ਹ ਰਹੀ ਹੈ। ਹੁਣ ਪੜ੍ਹਨਾ, ਰੀਡ, ਰੀਡ ਕੀ ਹੈ ਪੁੱਤ, ਕੰਮ ਹੈਗਾ, ਇੱਕ ਐਕਸ਼ਨ ਹੈਗਾ। ਤਾਂ ਕਰਕੇ ਰੀਡ ਸਟੂਡੈਂਟਸ ਹੁਣ ਕੀ ਹੈ ਸਾਡੀ, ਵਰਬ ਹੈ। ਸ਼ੀ ਰੀਡਸ ਆ ਪਲੇ, ਉਹ ਇੱਕ ਡਰਾਮਾ ਜਾਂ ਪਲੇ ਪੜ੍ਹਦੀ ਹੈ। ਪੜ੍ਹਨਾ ਸਾਡੀ ਕੀ ਆ ਗਈ ਸਟੂਡੈਂਟਸ, ਰੀਡ ਸਾਡੀ ਕੀ ਹੋ ਗਈ, ਵਰਬ ਹੋ ਗਈ। ਤਾਂ ਸਟੂਡੈਂਟਸ ਇਹ ਸੀਗੀ ਵਰਬ, ਹੈ ਨਾ। ਤਾਂ ਤੁਹਾਨੂੰ ਪਤਾ ਲੱਗਾ ਹੋਏਗਾ ਕਿ ਵਰਬ ਕੀ ਹੁੰਦੀ ਹੈਗੀ, ਜਾਂ ਤਾਂ ਸਬਜੈਕਟ ਦੇ ਕੰਮ ਨੂੰ ਦੱਸਦੀ ਹੈ ਜਾਂ ਸਬਜੈਕਟ ਦੀ ਸਟੇਟ ਨੂੰ ਦੱਸਦੀ ਹੈ ਕਿ ਸਬਜੈਕਟ ਪ੍ਰੈਜੈਂਟ ਦੇ ਵਿੱਚ ਹੈ, ਪਾਸਟ ਦੇ ਵਿੱਚ ਹੈ ਜਾਂ ਫਿਊਚਰ ਦੇ ਵਿੱਚ ਹੈ। ਤਾਂ ਉਹ ਸ਼ਬਦ ਜੋ ਸਬਜੈਕਟ ਦੇ ਐਕਸ਼ਨ ਜਾਂ ਸਟੇਟ ਨੂੰ ਦੱਸਣ, ਉਹਨਾਂ ਸ਼ਬਦਾਂ ਨੂੰ ਅਸੀਂ ਕੀ ਕਹਿੰਦੇ ਹਾਂ, ਵਰਬ ਆਖਦੇ ਹਾਂ, ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਕਿਰਿਆ ਕਿਹਾ ਜਾਂਦਾ ਹੈਗਾ। ਤਾਂ ਸਟੂਡੈਂਟਸ ਹੁਣ ਅਸੀਂ ਕੀ ਡਿਸਕਸ ਕਰਾਂਗੇ, ਵੀ ਵਿਲ ਡਿਸਕਸ ਅਬਾਊਟ ਦਾ ਕਾਈਂਡਸ ਆਫ ਦਾ ਵਰਬ। ਹੁਣ ਅਸੀਂ ਵਰਬ ਕਿੰਨੇ ਤਰ੍ਹਾਂ ਦੀ ਹੈ ਇਹ ਚੀਜ਼ ਜਾਣਾਂਗੇ, ਹੈ ਨਾ। ਤਾਂ ਸਟੂਡੈਂਟਸ ਦੇਅਰ ਆਰ ਸੋ ਮੈਨੀ ਕੈਟੇਗਰੀਜ਼ ਆਫ ਵਰਬਸ, ਦੇਅਰ ਆਰ ਸੋ ਮੈਨੀ ਨੇਮਸ ਆਫ ਮੈਨੀ ਵਰਬਸ। ਬਹੁਤ ਸਾਰੀਆਂ ਵਰਬਸ ਨੇ, ਬਹੁਤ ਸਾਰੇ ਉਹਨਾਂ ਦੇ ਨੇਮ ਨੇ। ਬਟ ਵੀ ਆਰ ਜਸਟ ਡਿਸਕਸਿੰਗ ਦਾ ਬੇਸਿਕ ਆਫ ਸਪੋਕਨ ਇੰਗਲਿਸ਼। ਅਸੀਂ ਸਪੋਕਨ ਇੰਗਲਿਸ਼ ਦਾ ਬੇਸਿਕ ਕਰ ਰਹੇ ਹਾਂ, ਤਾਂ ਕਰਕੇ ਵੀ ਸ਼ੁੱਡ ਬਿਕਮ ਫੈਮਲੀਅਰ, ਇਟ ਇਜ਼ ਨੈਸੈਸਰੀ ਫॉर ਅਸ ਟੂ ਬਿਕਮ ਫੈਮਲੀਅਰ ਅਬਾਊਟ ਮੇਨ 2 ਕੈਟੇਗਰੀਜ਼ ਆਫ ਵਰਬਸ। ਤਾਂ ਸਟੂਡੈਂਟਸ ਸਾਨੂੰ ਸਬਜੈਕਟ ਦੀਆਂ ਸਿਰਫ 2 ਕੈਟੇਗਰੀਜ਼ ਬਾਰੇ ਫਿਲਹਾਲ ਜਾਣੂ ਹੋਣਾ ਜ਼ਰੂਰੀ ਹੈ। ਕਿਹੜੀਆਂ ਕਿਹੜੀਆਂ ਵਰਬ ਦੀਆਂ ਕਿਹੜੀ ਕਿਹੜੀ ਕੈਟੇਗਰੀਜ਼ ਨੇ ਵਰਬ ਦੀਆਂ, ਇੱਕ ਤਾਂ ਮੇਨ ਵਰਬ, ਸੈਕੰਡ ਵਰਬ ਕਿਹੜੀ ਹੈਗੀ, ਹੈਲਪਿੰਗ ਵਰਬ। ਤਾਂ ਹੈਲਪਿੰਗ ਵਰਬ ਆਲਸੋ ਨੋਨ ਐਜ਼ ਐਗਜ਼ੀਲਰੀ ਵਰਬ। ਤਾਂ ਹੈਲਪਿੰਗ ਵਰਬ ਨੂੰ ਐਗਜ਼ੀਲਰੀ ਵਰਬਸ ਵੀ ਕਿਹਾ ਜਾਂਦਾ ਹੈਗਾ, ਠੀਕ ਹੈ। ਤਾਂ ਵਰਬ ਦੇ ਲਈ ਸਾਨੂੰ 2 ਕੈਟੇਗਰੀਜ਼ ਦੇ ਬਾਰੇ ਡਿਸਕਸ ਕਰਾਂਗੇ, ਮੇਨ ਵਰਬ ਤੇ ਹੈਲਪਿੰਗ ਵਰਬ। ਹੁਣ ਸਟੂਡੈਂਟਸ ਕੀ ਹੈ, ਮੇਨ ਵਰਬ ਦੇਖੋ ਪਹਿਲਾਂ ਕਿ ਮੇਨ ਵਰਬ ਕੀ ਹੈ। ਮੇਨ ਵਰਬ, ਮੇਨ ਵਰਬ ਦੀ ਡੈਫੀਨੇਸ਼ਨ ਦੇਖੋ ਕੀ ਹੈ। ਮੇਨ ਵਰਬ ਡਿਸਕ੍ਰਾਈਬਸ ਦਾ ਐਕਸ਼ਨ। ਮੇਨ ਵਰਬ ਕਹਿੰਦੇ ਐਕਸ਼ਨ ਨੂੰ ਡਿਸਕ੍ਰਾਈਬ ਕਰਦੀ ਹੈ ਆਫ ਦਾ ਸਬਜੈਕਟ, ਸਬਜੈਕਟ ਦੇ, ਕਰਤਾ ਦੇ ਜਿਹੜੇ ਕੰਮ ਨੂੰ ਬਿਆਨ ਕਰਨ ਵਾਲਾ ਸ਼ਬਦ ਹੁੰਦਾ, ਉਹ ਸਾਡਾ ਕੀ ਹੁੰਦਾ, ਮੇਨ ਵਰਬ ਹੁੰਦਾ। ਜਿਵੇਂ ਦੇਖੋ ਇੱਕ ਐਗਜ਼ਾਮਪਲ ਦੇਖੋ, ਫਿਰ ਪਤਾ ਲੱਗੇਗਾ ਕਿ ਸਬਜੈਕਟ ਦੇ ਐਕਸ਼ਨ ਨੂੰ ਕਿਵੇਂ ਬਿਆਨ ਕਰਨ ਵਾਲਾ ਮੇਨ ਵਰਬ ਬਣਦਾ ਹੈਗਾ। ਨਿਕ ਜੋਨਸ ਸਿੰਗਜ਼ ਔਨ ਦਾ ਸਟੇਜ, ਨਿਕ ਜੋਨਸ ਸਟੇਜ ਉੱਤੇ ਗਾਉਂਦਾ ਹੈ। ਹੁਣ ਸਟੂਡੈਂਟਸ ਸਬਜੈਕਟ ਦਾ ਦੇਖੋ ਪਹਿਲਾਂ, ਸਭ ਤੋਂ ਸਬਜੈਕਟ ਕੀ ਹੈ, ਕੌਣ ਸਟੇਜ 'ਤੇ ਗਾਉਂਦਾ, ਹੂ ਸਿੰਗਜ਼ ਔਨ ਦਾ ਸਟੇਜ, ਨਿਕ ਜੋਨਸ। ਤਾਂ ਨਿਕ ਜੋਨਸ ਸਾਡਾ ਕੀ ਹੈ ਸਟੂਡੈਂਟਸ, ਇਸ ਸੈਂਟੈਂਸ ਦੇ ਵਿੱਚ ਸਬਜੈਕਟ। ਸਾਨੂੰ ਪਤਾ ਲੱਗਿਆ ਸਬਜੈਕਟ ਦਾ ਪਤਾ ਲੱਗਿਆ। ਹੁਣ ਸਬਜੈਕਟ ਦਾ ਐਕਸ਼ਨ ਕੀ ਹੈ, ਐਕਸ਼ਨ ਕੀ ਹੈ, ਐਕਸ਼ਨ ਕੀ ਹੈਗਾ, ਸਿੰਗ, ਗਾਉਣਾ, ਗਾਉਂਦੇ ਨਾ। ਤਾਂ ਸਿੰਗ ਸਾਡਾ ਕੀ ਹੋ ਗਿਆ, ਵਰਬ ਹੋ ਗਿਆ, ਗਾਉਣਾ ਸਾਡਾ ਵਰਬ ਹੋ ਗਿਆ। ਤਾਂ ਸਬਜੈਕਟ ਦੇ ਜਿਹੜੇ ਐਕਸ਼ਨ ਨੂੰ ਬਿਆਨ ਕਰਦਾ ਉਹ ਕੀ ਹੁੰਦੀ ਹੈ ਸਾਡੀ ਮੇਨ ਵਰਬ। ਤਾਂ ਨਿਕ ਜੋਨਸ ਸਬਜੈਕਟ ਦਾ ਐਕਸ਼ਨ ਕੀ ਹੈ, ਗਾਉਣਾ। ਸਿੰਗ ਤੋਂ ਸਾਨੂੰ ਬਿਆਨ ਹੋ ਰਿਹਾ, ਤਾਂ ਕਰਕੇ ਸਿੰਗ ਕੀ ਹੈ ਸਾਡਾ ਮੇਨ ਵਰਬ ਹੈ, ਠੀਕ ਹੈ ਸਟੂਡੈਂਟਸ। ਤਾਂ ਜਿਵੇਂ ਡਾਂਸ ਕਰਨਾ, ਰੀਡ ਪੜ੍ਹਨਾ, ਲਵ, ਫੀਲ,
ਇਹ ਸਾਰੀਆਂ ਕੀ ਨੇ ਸਟੂਡੈਂਟਸ ਸਾਡੇ ਲਈ ਮੇਨ ਵਰਬ ਨੇ। ਤਾਂ ਮੇਨ ਵਰਬ ਦੀ ਇੱਕ ਐਗਜ਼ਾਮਪਲ ਹੋਰ ਲੈ ਲਓ ਸਟੂਡੈਂਟਸ, ਮਾਈਕਲ ਜੈਕਸਨ ਡਾਂਸ ਔਨ ਦਾ ਸਟੇਜ। ਮਾਈਕਲ ਜੈਕਸਨ ਸਟੇਜ ਉੱਤੇ ਡਾਂਸ ਕਰਦਾ ਹੈ। ਸਟੂਡੈਂਟਸ ਪਹਿਲਾਂ ਸਬਜੈਕਟ ਦੇਖੋ, ਫਿਰ ਉਹਦਾ ਐਕਸ਼ਨ ਦੇਖੋ, ਹੈ ਨਾ। ਤਾਂ ਸਬਜੈਕਟ ਕੀ ਹੈ, ਡਾਂਸ ਕੌਣ ਕਰਦਾ ਸਟੇਜ 'ਤੇ, ਮਾਈਕਲ ਜੈਕਸਨ। ਤਾਂ ਡਾਂਸ ਕੀ ਹੈ, ਇੱਕ ਕਿਰਿਆ ਹੈ, ਕੰਮ ਹੈਗਾ। ਤਾਂ ਮਾਈਕਲ ਜੈਕਸਨ ਕੰਮ ਕੀ ਕਰ ਰਿਹਾ ਸਟੇਜ 'ਤੇ, ਡਾਂਸ ਕਰ ਰਿਹਾ, ਐਕਸ਼ਨ ਕਰ ਰਿਹਾ, ਹੈ ਨਾ। ਤਾਂ ਡਾਂਸ ਕੀ ਹੋਗੀ ਸਾਡੀ ਮੇਨ ਵਰਬ ਹੋ ਗਈ। ਕਿਉਂ, ਕਿਉਂਕਿ ਸਬਜੈਕਟ ਦੇ ਜੋ ਐਕਸ਼ਨ ਨੂੰ ਬਿਆਨ ਕਰੇ ਉਹ ਕੀ ਸ਼ਬਦ ਕੀ ਹੁੰਦਾ, ਮੇਨ ਵਰਬ ਹੁੰਦਾ। ਤਾਂ ਡਾਂਸ ਇੱਥੇ ਮਾਈਕਲ ਜੈਕਸਨ ਦੇ ਐਕਸ਼ਨ ਨੂੰ ਦੱਸ ਰਿਹਾ ਹੈਗਾ, ਤਾਂ ਕਰਕੇ ਡਾਂਸ ਕੀ ਹੋ ਗਈ ਸਾਡੀ ਮੇਨ ਵਰਬ ਹੋ ਗਈ। ਤਾਂ ਇਹ ਸੀਗੀ ਸਟੂਡੈਂਟਸ ਮੇਨ ਵਰਬ। ਹੁਣ ਸਟੂਡੈਂਟਸ ਆਪਾਂ ਡਿਸਕਸ ਕਰ ਰਹੇ ਹਾਂ ਹੈਲਪਿੰਗ ਵਰਬ ਔਰ ਆਕਜ਼ੀਲਰੀ ਵਰਬ, ਕਿ ਹੈਲਪਿੰਗ ਵਰਬ ਕੀ ਹੁੰਦੀ ਹੈ ਤੇ ਆਕਜ਼ੀਲਰੀ ਵਰਬ ਕਿਉਂ ਕਿਹਾ ਜਾਂਦਾ ਹੈਗਾ। ਹਾਂਜੀ, ਹੈਲਪਿੰਗ ਵਰਬ ਔਰ ਆਕਜ਼ੀਲਰੀ ਵਰਬ। ਹੈਲਪਿੰਗ ਵਰਬ ਨੂੰ ਹੀ ਸਟੂਡੈਂਟਸ ਆਕਜ਼ੀਲਰੀ ਵਰਬਸ ਕਿਹਾ ਜਾਂਦਾ ਹੈਗਾ। ਤਾਂ ਹੈਲਪਿੰਗ ਵਰਬਸ ਹੁੰਦੀਆਂ ਕੀ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ। ਹੈਲਪਿੰਗ ਵਰਬਸ ਡਿਸਕ੍ਰਾਈਬ ਦਾ ਸਟੇਟ ਆਫ ਦਾ ਸਬਜੈਕਟ। ਹੈਲਪਿੰਗ ਵਰਬ ਸਬਜੈਕਟ ਦੀ ਸਟੇਟ ਨੂੰ ਦੱਸਦੀਆਂ ਨੇ, ਸਬਜੈਕਟ ਦੇ ਟਾਈਮ ਨੂੰ ਦੱਸਦੀਆਂ ਨੇ ਕਿ ਉਹ ਪ੍ਰੈਜੈਂਟ ਦੇ ਵਿੱਚ ਹੈ, ਪਾਸਟ ਦੇ ਵਿੱਚ ਹੈ ਜਾਂ ਫਿਊਚਰ ਦੇ ਵਿੱਚ ਹੈ ਨਾ। ਤਾਂ ਜਿਵੇਂ ਐਗਜ਼ਾਮਪਲ ਦੇ ਲਈ ਦੇਖੋ ਤੁਸੀਂ, ਹੀ ਇਜ਼ ਐਨ MLA, ਉਹ ਇੱਕ MLA ਹੈ, ਉਹ ਇੱਕ MLA ਹੈ। ਹੁਣ MLA ਹੈ ਨਾ, ਉਹ ਇੱਕ MLA ਹੈ। ਤਾਂ ਸਭ ਤੋਂ ਪਹਿਲਾਂ ਤਾਂ ਕੀ ਦੇਖੋ, ਸਬਜੈਕਟ ਦੇਖੋ ਕਿ ਇਹ ਸੈਂਟੈਂਸ ਦੇ ਵਿੱਚ ਸਾਡਾ ਸਬਜੈਕਟ ਹੈ, ਕਿਉਂਕਿ ਸਬਜੈਕਟ ਦੇ ਸਟੇਟ ਨੂੰ ਦੱਸਣ ਵਾਲਾ ਹੀ ਵਰਡ ਕੀ ਹੈ ਸਾਡਾ, ਹੈਲਪਿੰਗ ਔਰ ਆਕਜ਼ੀਲਰੀ ਵਰਬ ਹੈ ਨਾ। ਤਾਂ ਸਬਜੈਕਟ ਕੌਣ ਹੈ, ਕੌਣ ਹੈ MLA, ਹੂ ਇਜ਼ ਐਨ MLA, ਹੀ ਕੀ ਹੋ ਗਿਆ ਸਟੂਡੈਂਟਸ, ਉਹ MLA ਹੈ। ਤੇ ਜਦੋਂ ਹੀ ਵਰਡ ਆ ਗਿਆ, ਪ੍ਰਨਾਊਨ ਆ ਗਿਆ, ਉਹ ਕੀ ਬਣ ਜਾਂਦਾ ਸਾਡਾ ਸਬਜੈਕਟ। ਤਾਂ ਇੱਥੇ ਸਬਜੈਕਟ ਕੀ ਹੈ, ਹੀ ਹੈ। ਹੁਣ ਦੇਖੋ ਸਟੂਡੈਂਟਸ, ਜਿਹੜਾ ਹੀ ਹੈ ਉਹ MLA ਹੈ ਨਾ, ਕਿ ਉਹ ਕੋਈ ਕੰਮ ਕਰ ਰਿਹਾ, ਕੋਈ ਐਕਸ਼ਨ ਕਰ ਰਿਹਾ ਹੈਗਾ ਇਸ ਸੈਂਟੈਂਸ ਦੇ ਵਿੱਚ, ਨਹੀਂ, ਐਕਸ਼ਨ ਤਾਂ ਹੀ ਕੋਈ ਵੀ ਨਹੀਂ ਕਰ ਰਿਹਾ ਹੈਗਾ। ਪਰ ਸਾਨੂੰ ਇੱਕ ਵਰਡ ਤੋਂ, ਇਜ ਤੋਂ ਸਾਨੂੰ ਉਹਦਾ ਕੀ ਪਤਾ ਲੱਗ ਰਿਹਾ, ਉਹਦੀ ਸਟੇਟ ਦਾ ਪਤਾ ਲੱਗ ਰਿਹਾ, ਉਹਦੇ ਟਾਈਮ ਦਾ ਪਤਾ ਲੱਗ ਰਿਹਾ ਕਿ ਪ੍ਰੈਜੈਂਟ ਦੇ ਵਿੱਚ, ਇਜ ਵਰਡ ਤੋਂ ਪਤਾ ਲੱਗ ਰਿਹਾ ਹੈਗਾ ਕਿ ਪ੍ਰੈਜੈਂਟ ਦੇ ਵਿੱਚ ਉਹ MLA ਹੈ। ਤਾਂ ਇਜ ਕੀ ਹੈ ਸਾਡੀ ਇੱਥੇ ਹੈਲਪਿੰਗ ਵਰਬ ਹੈ। ਜਦੋਂ ਉਹਦੀ ਸਟੇਟ ਦਾ ਪਤਾ ਲੱਗੇ ਸਬਜੈਕਟ ਦੇ, ਉਹਨਾਂ ਨੂੰ ਹੀ ਹੈਲਪਿੰਗ ਵਰਬਸ ਕਹਿੰਦੇ ਆ ਜਾਂ ਆਕਜ਼ੀਲਰੀ ਵਰਬਸ ਕਹਿੰਦੇ ਆ ਆਪਾਂ, ਹੈ ਨਾ। ਸੈਕੰਡ ਐਗਜ਼ਾਮਪਲ ਦੇਖੋ, ਨੌਰਾ ਇਜ਼ 8 months old, ਨੌਰਾ 8 ਮਹੀਨੇ ਦੀ ਹੈ ਨਾ। ਤਾਂ ਹੁਣ ਸਬਜੈਕਟ ਦੇਖੋ, ਕੌਣ 8 ਮਹੀਨੇ ਦੀ ਹੈ, ਨੌਰਾ। ਨੌਰਾ ਕੀ ਹੈ, ਸਬਜੈਕਟ। ਹੁਣ ਇਹਦੀ ਸਟੇਟ ਦੇਖੋ, ਇਜ਼ 8 months old। ਤਾਂ ਇਜ਼ ਤੋਂ ਸਾਨੂੰ ਪਤਾ ਲੱਗ ਰਿਹਾ ਕਿ ਪ੍ਰੈਜੈਂਟ ਦੇ ਵਿੱਚ ਉਹ 8 ਮਹੀਨੇ ਦੀ ਹੈ। ਤਾਂ ਨੌਰਾ ਦੇ ਸਬਜੈਕਟ ਦੇ ਜਦੋਂ ਸਟੇਟ ਤੋਂ ਪਤਾ ਲੱਗੇ ਜਿਹੜੇ ਵਰਡ ਚੋਂ, ਉਹਨਾਂ ਨੂੰ ਆਪਾਂ ਹੈਲਪਿੰਗ ਵਰਬ ਕਹਿੰਦੇ ਹਾਂ। ਤਾਂ ਇਜ਼ ਕੀ ਹੈ ਇੱਥੇ, ਹੈਲਪਿੰਗ ਵਰਬ ਹੈਗੀ। ਇਸੇ ਤਰ੍ਹਾਂ ਸਟੂਡੈਂਟ ਇੱਕ ਐਗਜ਼ਾਮਪਲ ਹੋਰ ਦੇਖੋ, ਇੱਥੇ ਬਾਜ਼ ਮੰਨੋ, ਵਾਜ਼ ਕਹਿ ਦਿੰਦੇ ਜਿਹਨੂੰ ਆਪਾਂ, ਸੋਨੀਆ ਵਾਜ਼ ਇਨ ਦਿੱਲੀ, ਸੋਨੀਆ ਦਿੱਲੀ ਵਿੱਚ ਸੀ, ਹੈ ਨਾ। ਹੁਣ ਕੌਣ ਦਿੱਲੀ ਵਿੱਚ ਸੀ, ਸੋਨੀਆ। ਸੋਨੀਆ ਕੀ ਹੋ ਗਿਆ ਸਾਡਾ ਸਬਜੈਕਟ। ਕਦੋਂ ਸੀ, ਪ੍ਰੈਜੈਂਟ ਦੇ ਵਿੱਚ, ਪਾਸਟ ਦੇ ਵਿੱਚ ਜਾਂ ਫਿਊਚਰ ਦੇ ਵਿੱਚ। ਤਾਂ ਵਾਜ਼ ਤੋਂ ਪਤਾ ਲੱਗਿਆ ਕਿ ਪਾਸਟ ਦੇ ਵਿੱਚ ਦਿੱਲੀ ਦੇ ਵਿੱਚ ਸੀ। ਤਾਂ ਵਾਜ਼ ਕੀ ਹੋ ਗਈ ਇੱਥੇ ਸਾਡੀ ਹੈਲਪਿੰਗ ਵਰਬ ਔਰ ਆਕਜ਼ੀਲਰੀ ਵਰਬ ਹੋ ਗਈ, ਹੈ ਨਾ ਸਟੂਡੈਂਟਸ। ਤਾਂ ਹਰ ਇੱਕ ਟਾਈਮ ਦੇ ਲਈ ਪ੍ਰੈਜੈਂਟ, ਪਾਸਟ ਅਤੇ ਫਿਊਚਰ ਤਿੰਨਾਂ ਦੀਆਂ ਆਪਣੀਆਂ ਆਪਣੀਆਂ ਆਕਜ਼ੀਲਰੀ ਵਰਬਸ ਹੁੰਦੀਆਂ ਨੇ। ਤਾਂ ਸਾਰਿਆਂ ਤੋਂ ਪਹਿਲਾਂ ਅਸੀਂ ਕੀ ਦੇਖਣਾ, ਅਸੀਂ ਸਟੂਡੈਂਟਸ ਡਿਸਕਸ ਕਰਾਂਗੇ ਪ੍ਰੈਜੈਂਟ ਹੈਲਪਿੰਗ ਵਰਬਸ। ਪਹਿਲਾਂ ਆਪਾਂ ਪ੍ਰੈਜੈਂਟ ਦੀਆਂ ਹੈਲਪਿੰਗ ਵਰਬਸ ਡਿਸਕਸ ਕਰ ਰਹੇ ਹਾਂਗੇ। ਪ੍ਰੈਜੈਂਟ ਹੈਲਪਿੰਗ ਵਰਬਸ, ਪ੍ਰੈਜੈਂਟ ਦੇ ਵਿੱਚ ਯੂਜ ਹੋਣ ਵਾਲੀਆਂ ਹੈਲਪਿੰਗ ਵਰਬਸ ਕਿਹੜੀਆਂ ਨੇ, ਇਜ਼, ਐਮ, ਆਰ, ਹੈਜ਼, ਹੈਵ, ਹੈਜ਼ ਬੀਨ, ਹੈਵ ਬੀਨ, ਡੂ, ਡਜ਼, ਕੈਨ, ਸ਼ੁੱਡ, ਮਸਟ। ਤਾਂ ਇਹ ਸਾਰੀਆਂ ਪ੍ਰੈਜੈਂਟ ਵਿੱਚ ਯੂਜ ਹੋਣ ਵਾਲੀਆਂ ਹੈਲਪਿੰਗ ਵਰਬਸ ਨੇ ਸਟੂਡੈਂਟਸ। ਹੁਣ ਅਸੀਂ ਪਾਸਟ ਹੈਲਪਿੰਗ ਵਰਬਸ ਕਰ ਰਹੇ ਹਾਂ। ਪਾਸਟ ਵਿੱਚ ਕਿਹੜੀਆਂ ਕਿਹੜੀਆਂ ਯੂਜ ਕਰਦੇ ਹਾਂ ਹੈਲਪਿੰਗ ਵਰਬਸ, ਜਾਂ ਪਾਸਟ ਦੇ ਵਿੱਚ ਸਬਜੈਕਟ ਦੀ ਸਟੇਟ ਨੂੰ ਦੱਸਣ ਵਾਸਤੇ ਕਿਹੜੇ ਕਿਹੜੇ ਵਰਡਸ ਯੂਜ ਕੀਤੇ ਗਏ ਨੇ, ਵਾਜ਼, ਵਰ, ਡਿਡ, ਹੈਡ ਬੀਨ, ਕੁੱਡ ਹੈਵ, ਮਸਟ ਹੈਵ। ਇਹ ਨੇ ਪਾਸਟ ਵਿੱਚ ਯੂਜ ਹੋਣ ਵਾਲੀਆਂ ਹੈਲਪਿੰਗ ਵਰਬਸ। ਤਾਂ ਇਸੇ ਤਰ੍ਹਾਂ ਸਟੂਡੈਂਟਸ ਸਾਡੇ ਕੋਲ ਕੀ ਹੁੰਦੀਆਂ ਨੇਗੀਆਂ, ਫਿਊਚਰ ਦੀਆਂ ਹੈਲਪਿੰਗ ਵਰਬਸ ਨੇਗੀਆਂ। ਫਿਊਚਰ ਦੀਆਂ ਹੈਲਪਿੰਗ ਵਰਬਸ ਦੇਖੋ ਸਟੂਡੈਂਟਸ,
फ्यूचर हैल्पिंग वर्ब्स विल ते शैल, विल हैव टू, ये साड़ियाँ स्टूडेंट्स की ने साड़ियाँ यूज होने वाली हैल्पिंग वर्ब्स नहीं है। तो स्टूडेंट्स की है ये हैल्पिंग वर्ब जिहदे विच कुछ मॉडल्स भी होंदे आ। तो मॉडल्स जदों आपां तुहानूं मॉडल्स करोगे उदों इन्हां बारे तुहानूं वैल फैमिलीयर कर दांगे, जिवें कि इन्हां विच शुड, मस्ट हैव, विल हैव टू, दीज आर कॉल्ड मॉडल्स। इन्हां नूं मॉडल कहा जांदा है ते मॉडल नेगे। तो इन्हां बारे जदों आपां लैक्चर करांगे तो तुसीं उदों वैल फैमिलीयर हो जाओगे इन्हां बारे। तो स्टूडेंट्स ये सीगी डिफरेंस बिटवीन द मेन वर्ब एंड द हैल्पिंग वर्ब्स, है ना। तो मेन वर्ब वो होंदी है जो सबजैक्ट द एक्शन नूं डिस्क्राइब करती है, हैल्पिंग वर्ब की होंदी है जो सबजैक्ट दे स्टेट नूं डिस्क्राइब करती है। स्टूडेंट्स जिहड़ी मेन वर्ब है साडी, वर्ब की होंदी है काइंड्स ऑफ वर्ब। हुण आपां डिस्कस करांगे काइंड्स ऑफ वर्ब। तो वर्ब कई तरह की होंदी है स्टूडेंट्स, जिवें आपां यूज करते हैं फस्ट वर्ब, सैकेंड फॉर्म ऑफ वर्ब, थर्ड फॉर्म ऑफ वर्ब, फोर्थ वर्ब, फिफ्थ वर्ब, है ना। तो इवें स्टूडेंट्स की हैगा हर एक वर्ब दी कई किस्मां होंदियां ने। जिवें आपां फस्ट वर्ब किहड़ी यूज करते हैं, गो, सैकेंड किहड़ी बना दिंदे हैं, वेंट, थर्ड गॉन। जदों वर्ब की फस्ट फॉर्म के नाल असी ING यूज करने तो उसनों असी की मन लैने, उसनों फोर्थ फॉर्म ऑफ द वर्ब मन लैने, ठीक है। जदों किसी भी वर्ब की फस्ट फॉर्म के नाल S या फिर ES लगा दें ਉਹਨੂੰ ਅਸੀਂ वर्ब की फिफ्थ फॉर्म मन लैने, ठीक है स्टूडेंट्स। हुण की हैगा ये जो भी फस्ट, सैकेंड, थर्ड, फोर्थ, फिफ्थ ਜਿਹੜੀਆਂ ਇਹ फॉर्म्स ने वर्ब ਦੀਆਂ, ਇਹਨਾਂ ਨੂੰ ਕਦੋਂ यूज करना है, किवें यूज करना है, ठीक है, कि ये रूल्स ने यूज करने के वो सारे डिस्कस करांगे आपां, ठीक है स्टूडेंट्स। जिवें कि है वर्ब की फस्ट फॉर्म है, ये कदों यूज करनी है, कित्थे यूज करनी है, आपां वो डिस्कस करते हैं स्टूडेंट्स। वर्ब की फस्ट फॉर्म जिवें कि है गो, कहते इट इज़ फस्ट फॉर्म ऑफ वर्ब, ये वर्ब की फस्ट फॉर्म होंदी है। जिवें कोई भी वर्ब की फस्ट फॉर्म लगा लो, गो, आस्क, पनिश, ब्रोक, ब्रेक, सॉरी ब्रेक, ब्रोक, ब्रोकन फिर बनदियां नहीं है ना। होर लगा लो बिल्ड, विल्ट, विल्ट, है ना। तो एवें की है वर्ब की जो भी फस्ट फॉर्म होंदी हैगी उसनूं असीं इट इज़ फस्ट फॉर्म ऑफ वर्ब कहते, B1 नूं असीं की है वर्ब की फस्ट फॉर्म कहने, B1 नूं असीं वर्ब की फस्ट फॉर्म कहने। इहदा सैकेंड रूल की है इट इज़ आल्सो कॉल्ड ओरिजिनल फॉर्म, इसनूं ओरिजिनल फॉर्म कहा जाता है। क्यों स्टूडेंट्स इनू ओरिजिनल फॉर्म कहा जाता है, क्योंकि यही की है साडा बेस वर्ड हुंदा है, इनू ही स्टम कहा जाता है। तो इहदे नाल अदर वर्ड्स लगा के फिर ही इस तो वर्ब्स दीयां दूजियां फॉर्म्स तैयार कीतियां जांदियां नहीं है ना। जिवें गो है, गो तो की बनाया वेंट, गोन, गोइंग, गोज, है ना। तां करके वर्ब B1 है जो वो की हैगी हमेशा ओरिजिनल फॉर्म कहा जाता है। ओरिजिनल तां करके क्योंकि दूजियां सारियां वर्ब्स ਇਹ ਤੋਂ ही मिल के बनदियां ने, तां करके ये की है ओरिजिनल फॉर्म होंदी है। हाँ जी, थर्ड चीज़ की है यदि इट इज़ यूज्ड विद प्लूरल सबजैक्ट, कहते जो B1 हैगी, B1 मीनज वर्ब की फस्ट फॉर्म है, हमेशा प्लूरल सबजैक्ट के नाल आती है, ठीक है। इट इज़ यूज्ड इन प्रैजेंट टाइम्स, कहते ये प्रैजेंट टाइम के की है यूज की जाती है, मीनज कि प्रैजेंट टेंस के है ना। जिवें मैं तुहानूं एग्जाम्पल देने के लिए इसनूं चंगी तरह समझाउण दे लई तुहानूं की है एक प्रैजेंट टेंस, सिंपल प्रैजेंट टेंस का पैटर्न दिता होया सबजैक्ट प्लस V1 प्लस ऑब्जैक्ट। प्रैजेंट सिंपल का की पैटर्न होंदा है, कहते सबजैक्ट लगाओ नाल वर्ब की फस्ट फॉर्म लगाओ फिर ऑब्जैक्ट लगाओ, है ना। तो मैंने एग्जाम्पल ली है देयर लव मी, वो मैनू प्यार करते हैं, है ना। तो कौन प्यार करते हैं, पहला सबजैक्ट देखो कौन प्यार करते हैं, दे, तो दे की हो गया साडा सबजैक्ट। लव प्यार करना, प्यार करना की है एक एक्शन हैगा, एक क्रिया। तो लव वर्ब की किहड़ी फॉर्म है, फस्ट, लव, लव्ड, लव्ड, B1 की होगी लव। मी फिर हैगा साडा मी, मी की है स्टूडेंट्स साडा ऑब्जैक्ट, है ना। तो सबजैक्ट प्लस B1 प्लस ऑब्जैक्ट, है ना। तो B1 के लिए तुसीं देखो
ਲਵ B1 ਹੈ, ਤਾਂ ਕਰਕੇ B1 ਹੋਣ ਕਰਕੇ ਓਰੀਜਨਲ ਫਾਰਮ ਵਾਲਾ ਸਾਡਾ ਰੂਲ ਕੀ ਹੋ ਗਿਆ, ਅਪਲਾਈ ਹੋ ਗਿਆ। B1 ਵਾਲਾ ਰੂਲ ਅਪਲਾਈ ਹੋ ਗਿਆ, ਓਰੀਜਨਲ ਫਾਰਮ ਹੈ। ਸੈਕੰਡ ਕੀ ਕਹਿੰਦਾ, ਇਟ ਇਜ਼ ਯੂਜ਼ਡ ਵਿਦ ਪਲੂਰਲ ਸਬਜੈਕਟ, ਤਾਂ ਦੇ ਸਬਜੈਕਟ ਹੈ ਜੋ ਇਹ ਪਲੂਰਲ ਹੈਗਾ ਜਾਂ ਨਹੀਂ, ਦੇ ਬਹੁਤੇ ਜਾਣਿਆਂ ਲਈ ਯੂਜ਼ ਕਰਦੇ ਹਾਂ, ਤਾਂ ਦੇ ਕੀ ਹੋ ਗਿਆ ਸਾਡਾ ਸਬਜੈਕਟ ਪਲੂਰਲ ਹੋ ਗਿਆ। ਸੈਕੰਡ ਚੀਜ਼ ਵੀ ਠੀਕ ਹੋ ਗਈ, ਠੀਕ ਹੈ। ਇੱਕ ਕੀ ਹੋਣਾ B1 ਕਹਿੰਦੇ ਹਮੇਸ਼ਾ ਪਲੂਰਲ ਸਬਜੈਕਟ ਨਾਲ ਆਉਂਦੀ ਹੈ, ਤਾਂ ਉਹ ਕੀ ਹੈ ਪਲੂਰਲ ਸਬਜੈਕਟ ਦੇ ਨਾਲ ਆ ਚੁੱਕੀ ਹੈ ਸਟੂਡੈਂਟਸ। ਸੈਕੰਡ ਐਗਜ਼ਾਮਪਲ ਦੇਖੋ, ਸੈਕੰਡ ਐਗਜ਼ਾਮਪਲ ਕੀ ਹੈ, ਬੀ ਗੋ ਟੂ ਦਿੱਲੀ, ਅਸੀਂ ਦਿੱਲੀ ਜਾਂਦੇ ਹਾਂ। ਬੀ ਗੋ ਟੂ ਦਿੱਲੀ, ਦਿੱਲੀ ਕੌਣ ਜਾਂਦੇ ਹਾਂ, ਵੀ ਕੀ ਹੋ ਗਿਆ ਸਾਡਾ ਸਬਜੈਕਟ। ਗੋ ਜਾਣਾ ਕੀ ਹੋ ਗਿਆ ਸਾਡੀ ਵਰਬ। ਹੁਣ ਵਰਬ ਜੋ ਗੋ ਹੈ ਇਹ ਵਰਬ ਦੀ ਫਸਟ ਫਾਰਮ ਹੈ, ਸੈਕੰਡ ਫਾਰਮ ਹੈ ਜਾਂ ਥਰਡ ਫਾਰਮ ਹੈ, 4 ਹੈ ਜਾਂ 5th ਹੈ, ਇਹ ਹੈ ਵਰਬ ਦੀ ਫਸਟ ਫਾਰਮ। ਗੋ, ਵੈਂਟ, ਗੋਨ, ਤਾਂ ਸਬਜੈਕਟ ਤੋਂ ਬਾਅਦ B1 ਆ ਗਿਆ। ਆਇਆ ਕਿਹੜੇ ਸੈਂਟੈਂਸ ਦੇ ਵਿੱਚ ਹੈ, ਟੈਂਸ ਦੇ ਵਿੱਚ ਹੈ, ਪ੍ਰੈਜੈਂਟ ਟੈਂਸ ਦੇ ਵਿੱਚ, ਤੇ ਸਬਜੈਕਟ ਪਲੂਰਲ ਹੋ ਗਿਆ, ਤਾਂ ਕਰਕੇ ਸਬਜੈਕਟ ਪਲੂਰਲ ਦੇ ਨਾਲ ਹੀ B1 ਆਉਂਦੀ ਹੈ, ਤਾਂ ਕਰਕੇ ਸੈਕੰਡ ਰੂਲ ਸਾਡਾ ਅਪਲਾਈ ਹੋ ਗਿਆ। ਕਹਿੰਦੇ B1 ਕੀ ਹੁੰਦੀ ਹੈ, ਓਰੀਜਨਲ ਫਾਰਮ ਹੁੰਦੀ ਹੈ, ਤਾਂ ਗੋ ਕੀ ਹੈ ਓਰੀਜਨਲ ਫਾਰਮ ਹੀ ਹੈ, ਕਿਉਂਕਿ ਗੋ ਤੋਂ ਬਾਅਦ ਹੀ ਵੈਂਟ, ਗੋਨ, ਗੋਇੰਗ, ਗੋਜ਼ ਵਗੈਰਾ ਬਣਦਾ ਹੈ ਨਾ, ਉਦੋਂ ਪਹਿਲਾਂ ਬੇਸ ਵਰਡ ਕੀ ਹੁੰਦਾ ਹੈਗਾ ਸਾਡਾ ਗੋ ਹੁੰਦਾ, ਤਾਂ ਕਰਕੇ B1 ਕੀ ਹੈ ਸਟੂਡੈਂਟਸ ਹਮੇਸ਼ਾ ਪ੍ਰੈਜੈਂਟ ਦੇ ਵਿੱਚ ਆਉਂਦੀ ਹੈ ਵਰਬ ਦੀ ਫਸਟ ਫਾਰਮ, ਤੇ ਇਹ ਹਮੇਸ਼ਾ ਪਲੂਰਲ ਸਬਜੈਕਟ ਦੇ ਨਾਲ ਆਉਂਦੀ ਹੈ, ਤੇ ਵਰਬ ਦੀ ਫਸਟ ਫਾਰਮ ਨੂੰ ਅਸੀਂ ਓਰੀਜਨਲ ਫਾਰਮ ਵੀ ਕਹਿੰਦੇ ਹਾਂ। ਠੀਕ ਹੈ ਸਟੂਡੈਂਟਸ, ਹੁਣ ਅਸੀਂ ਕੀ ਡਿਸਕਸ ਕਰ ਰਹੇ ਹਾਂਗੇ, ਹੁਣ ਡਿਸਕਸ ਕਰ ਰਹੇ ਹਾਂ B2। B2 ਮੀਨਸ ਸੈਕੰਡ ਫਾਰਮ ਆਫ ਦਾ ਵਰਬ, ਕਦੋਂ ਕਿੱਥੇ ਕਿਵੇਂ ਯੂਜ਼ ਕਰਨੀ ਹੈ ਉਹਦੇ ਬਾਰੇ ਡਿਸਕਸ ਕਰ ਰਹੇ ਹਾਂ। ਦੇਖੋ ਜੀ, ਬੀ ਸੈਕੰਡ ਸਟੂਡੈਂਟਸ ਕੀ ਹੈ, ਸੈਕੰਡ ਫਾਰਮ ਆਫ ਦਾ ਵਰਬ ਮੀਨਸ ਗੋ ਤੋਂ ਜਿਵੇਂ ਬੈਂਟ ਬਣ ਜਾਂਦਾ ਹੈ ਨਾ, ਜਿਵੇਂ ਗੋ ਤੋਂ ਬੈਂਟ ਬਣ ਜਾਂਦਾ ਹੈ, ਆਸਕ ਤੋਂ ਆਸਕਡ, ਬਿਲਡ ਤੋਂ ਬਿਲਟ ਬਣ ਜਾਂਦਾ ਹੈ ਨਾ, ਤੇ ਸੈਕੰਡ ਫਾਰਮ ਕਿੱਥੇ ਯੂਜ਼ ਕਰਨੀ ਹੈ, ਕਦੋਂ ਯੂਜ਼ ਕਰਨੀ ਹੈ, ਕਿਵੇਂ ਯੂਜ਼ ਕਰਨੀ ਹੈ ਉਹ ਦੇਖਦੇ ਹਾਂ। ਕਹਿੰਦੇ ਫਸਟ ਰੂਲ ਕੀ ਹੈ, ਇਟ ਇਜ਼ ਸੈਕੰਡ ਫਾਰਮ ਆਫ ਵਰਬ, ਵਰਬ ਦੀ ਸੈਕੰਡ ਫਾਰਮ ਹੁੰਦੀ ਹੈ B2, ਜਿਵੇਂ ਤੁਹਾਨੂੰ ਦੱਸ ਹੀ ਦਿੱਤਾ, ਨੋਟ ਸਿੰਗੂਲਰ ਨੋਰ ਪਲੂਰਲ। ਕਹਿੰਦੇ ਇਹਦੇ ਨਾਲ ਜਿਹੜਾ ਸਬਜੈਕਟ ਹੁੰਦਾ ਸਿੰਗੂਲਰ ਆਵੇ ਚਾਹੇ ਪਲੂਰਲ ਆਵੇ, ਵਰਬ ਦੀ ਸੈਕੰਡ ਫਾਰਮ ਨੂੰ ਕੋਈ ਫਰਕ ਨਹੀਂ ਪੈਂਦਾ। ਜਿਵੇਂ B1 ਨੂੰ ਤਾਂ ਪਲੂਰਲ ਸਬਜੈਕਟ ਹੀ ਚਾਹੀਦਾ ਸੀ, ਪਰ B2 ਨੂੰ ਨਾ ਤਾਂ ਸਿੰਗੂਲਰ ਦਾ ਚੱਕਰ ਹੈ ਨਾ ਪਲੂਰਲ ਦਾ, ਕਿਸੇ ਵੀ ਸਬਜੈਕਟ ਦੇ ਨਾਲ ਆ ਜਾਂਦੀ ਹੈ। ਥਰਡ ਸ਼ਰਤ ਕੀ ਹੈ B2 ਦੀ, ਇਟ ਇਜ਼ ਪਾਸਟ ਫਾਰਮ ਆਫ ਵਰਬ। ਕਹਿੰਦੇ ਇਹ ਵਰਬ ਦੀ ਪਾਸਟ ਫਾਰਮ ਹੈ, ਮੀਨਸ ਕਿ ਬੀਤ ਚੁੱਕੇ ਸਮੇਂ ਦੇ ਲਈ, ਪਾਸਟ ਦੇ ਲਈ B2 ਯੂਜ਼ ਕਰਦੇ ਹਾਂ ਅਸੀਂ। ਠੀਕ ਹੈ। ਫੋਰਥ ਰੂਲ ਕੀ ਹੈ, ਯੂਜ਼ਡ ਇਨ ਸਿੰਪਲ ਪਾਸਟ ਟੈਂਸ। ਕਹਿੰਦੇ ਇਹ ਸਿੰਪਲ ਪਾਸਟ ਟੈਂਸ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਸਿੰਪਲ ਪਾਸਟ ਟੈਂਸ ਦਾ ਸਟੂਡੈਂਟਸ ਚੰਗੀ ਤਰ੍ਹਾਂ ਸਮਝਣ ਦੇ ਲਈ ਮੈਂ ਤੁਹਾਨੂੰ ਪੈਟਰਨ ਵੀ ਦਿੱਤਾ ਹੈ। ਕਹਿੰਦੇ ਸਬਜੈਕਟ ਲਓ, ਫਿਰ B ਸੈਕੰਡ, ਵਰਬ ਦੀ ਸੈਕੰਡ ਫਾਰਮ ਪਲੱਸ ਆਬਜੈਕਟ, ਇਹ ਪੈਟਰਨ ਹੈ ਸਾਡਾ ਸਿੰਪਲ ਪਾਸਟ ਟੈਂਸ ਦਾ। ਤਾਂ ਇਹਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ B2 ਨੂੰ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾਂਗਾ। ਆਈ ਵੈਂਟ ਦੇਅਰ, ਮੈਂ ਉੱਥੇ ਗਿਆ ਸੀ। ਕੌਣ ਗਿਆ ਸੀਗਾ, ਆਈ ਕੀ ਹੋ ਗਿਆ ਸਾਡਾ ਸਬਜੈਕਟ। ਵੈਂਟ ਗੋ ਤੋਂ ਬਣੇ, ਗੋ ਵੈਂਟ ਕੀ ਹੈ ਸਾਡੀ ਵਰਬ, ਤੇ ਵਰਬ ਕਿਹੜੀ ਹੈ ਸੈਕੰਡ, ਗੋ ਵੈਂਟ। ਦੇਅਰ ਕੀ ਹੈ ਸਾਡਾ ਆਬਜੈਕਟ। ਤਾਂ ਸਟੂਡੈਂਟਸ ਦੇਖੋ ਸਾਡਾ ਪੈਟਰਨ ਅਪਲਾਈ ਹੋ ਗਿਆ ਸੇਮ, ਸਬਜੈਕਟ ਵਰਬ ਦੀ ਸੈਕੰਡ ਫਾਰਮ ਆਬਜੈਕਟ। ਤਾਂ ਆ ਦੇਖੋ ਸਬਜੈਕਟ ਵਰਬ ਦੀ ਸੈਕੰਡ ਫਾਰਮ ਤੇ ਆਬਜੈਕਟ। ਇਸੇ ਤਰ੍ਹਾਂ ਸਟੂਡੈਂਟਸ ਇੱਕ ਐਗਜ਼ਾਮਪਲ ਹੋਰ ਲੈ ਲਓ ਤੁਸੀਂ, ਦੇ ਲਵਡ ਮੀ, ਉਹ ਮੈਨੂੰ ਪਿਆਰ ਕਰਦੇ ਸੀ। ਕੌਣ ਪਿਆਰ ਕਰਦੇ ਸੀ, ਦੇ ਕੀ ਹੈ ਸਬਜੈਕਟ, ਲਵਡ, ਤਾਂ ਲਵ ਕੀ ਹੈ ਵਰਬ ਹੈ, ਤੇ ਵਰਬ ਦੀ ਲਵਡ ਕਿਹੜੀ ਫਾਰਮ ਹੈ ਸੈਕੰਡ, ਮੀ ਕੀ ਹੈ ਸਾਡਾ ਆਬਜੈਕਟ। ਇਸੇ ਤਰ੍ਹਾਂ ਸਬਜੈਕਟ ਦੇ ਨਾਲ ਵਰਬ ਦੀ ਸੈਕੰਡ ਫਾਰਮ ਆ ਗਈ। ਥਰਡ ਐਗਜ਼ਾਮਪਲ ਦੇਖੋ, ਸ਼ੀ ਰੋਟ ਆ ਸਟੋਰੀ, ਉਹ ਇੱਕ ਕਹਾਣੀ ਲਿਖਦੀ ਸੀ। ਕੌਣ ਲਿਖਦੀ ਸੀ, ਸ਼ੀ ਕੀ ਹੈ ਸਬਜੈਕਟ, ਫਿਰ ਕੀ ਹੈ ਰੋਟ ਕੀ ਹੈ ਸਾਡੀ ਵਰਬ, ਰਾਈਟ ਤੋਂ ਕੀ ਬਣਿਆ ਰੋਟ, ਰਿਟਨ, ਰੋਟ ਵਰਬ ਦੀ ਕਿਹੜੀ ਫਾਰਮ ਹੈ ਸੈਕੰਡ, ਆ ਸਟੋਰੀ ਕੀ ਹੋ ਗਿਆ ਆਬਜੈਕਟ। ਤਾਂ ਇਸ ਤਰ੍ਹਾਂ ਸਟੂਡੈਂਟਸ ਕੀ ਹੈ, ਸ਼ੀ ਰੋਟ ਆ ਸਟੋਰੀ, ਉਹ ਇੱਕ ਕਹਾਣੀ ਲਿਖਦੀ ਸੀ, ਤਾਂ ਇਹਦੇ ਵਿੱਚ ਰੋਟ ਵਰਬ ਦੀ ਸੈਕੰਡ ਫਾਰਮ ਯੂਜ਼ ਕੀਤੀ ਗਈ ਹੈ ਸਬਜੈਕਟ ਦੇ ਨਾਲ, ਹੈ ਨਾ। ਹੁਣ ਤੁਸੀਂ ਅਪਲਾਈ ਕਰੋ, ਦੇਖੋ ਐਗਜ਼ਾਮਪਲ 'ਚ ਚੰਗੀ ਤਰ੍ਹਾਂ ਸਮਝ ਲਈਆਂ। ਇੱਥੇ ਕੀ ਕਹਿ ਰਿਹਾ ਸੀਗਾ, ਕਹਿੰਦੇ ਸੈਕੰਡ ਫਾਰਮ ਆਫ ਦਾ ਵਰਬ ਹੈਗੀ, ਪਹਿਲਾ ਰੂਲ ਇਹਦਾ ਇਹੀ ਕਹਿ ਰਿਹਾ ਸੀਗਾ। ਤਾਂ ਸਾਰਿਆਂ ਦੇ ਵਿੱਚ
वर्ब की सैकंड फॉर्म यूज की है, जिमें बेंट, लव्ड, रॉट है ना। सैकंड रूल की है नॉट सिंगुलर नॉर प्लूरल, मीनस कि सबजैक्ट सिंगुलर आवे जां प्लूरल कोई चक्कर नहीं। शी सिंगुलर है, दे प्लूरल है, सबजैक्ट ने दोने तो कोई चक्कर नहीं पिया, दोनों के नाल वर्ब की सैकंड फॉर्म ही यूज की है। ठीक है, इट इज़ पास्ट फॉर्म ऑफ वर्ब, वर्ब की पास्ट फॉर्म है। ठीक है, ये सारा तुहानूं क्लीयर हो ही चुकेगा। ठीक है स्टूडेंट्स, ए सी यूज ऑफ B2 है ना। इस तरह स्टूडेंट्स हुण आपां की कर रहे हैं, बी थर्ड कर रहे हैं कि बी थर्ड कित्थे यूज करना। ठीक है, इन्हूं यूज करने का की तरीका है, B2 सॉरी B3 की है, इट इज़ अ परफेक्ट फॉर्म ऑफ द वर्ब, ये वर्ब की परफेक्ट फॉर्म है। परफेक्ट फॉर्म की होंगे स्टूडेंट्स, मीनस कि जिथे भी परफेक्ट टेंस आता है वो हमेशा असी B3 ही यूज करते हैं, जिमें प्रैजेंट परफेक्ट टेंस हो गया, पास्ट परफेक्ट टेंस हो गया, फ्यूचर परफेक्ट टेंस हो गया। तो इन्हों के यूज होने करके ही इनू B3 नूं असी की कहने परफेक्ट फॉर्म ऑफ द वर्ब कहने। इट इज़ कॉल्ड फिनिश्ड एक्शन, इनू की कहने फिनिश्ड एक्शन कहने, मीनस कि B3 नूं फिनिश्ड खत्म हो चुका काम भी कहने। क्यों? क्योंकि जिहड़े भी परफेक्ट सेंटेंस टेंस होंदे ने उन्हां विच काम खत्म हो जाता है ना। जिमें प्रैजेंट परफेक्ट टेंस है ना, उहदे विच की कहने आपां मैं पढ़ चुका हाँ, मीनस कि एक्शन पढ़ने का पूरा कर लिया, हुण मैं पढ़ चुका है ना। तो परफेक्ट दे विच वर्ब की थर्ड फॉर्म आती है, तां करके थर्ड फॉर्म आउण करके ही परफेक्ट टेंस नूं फिनिश्ड एक्शन कहा जाता है, ये वर्ब नूं फिनिश्ड एक्शन कहा जाता है। थर्ड की कह शर्त है दी, नो सिंगुलर नॉर प्लूरल, मीनस कि सबजैक्ट सिंगुलर होवे जां प्लूरल होवे कोई फर्क नहीं पैंदा 20 सैकंड की तरह। ठीक है, हुण देखो इनू समझण दे लई सब तो पहले तो मैं तुहानूं की दस्सिया प्रैजेंट परफेक्ट टेंस दे विच इनू किवें यूज किया जाता है, वो देखो। प्रैजेंट परफेक्ट का टेंस का पैटर्न की है, कहते सबजैक्ट लगाओ, नाल हैज़ जां हैव हैल्पिंग वर्ब्स लगाओ, प्लस V3 फिर ऑब्जेक्ट लगाओ। एग्जाम्पल की दी है, दे हैव गॉन टू दिल्ली, वो दिल्ली जा चुके हैं है ना, वो दिल्ली जा चुके हैं, उन्होंने अपना एक्शन की कर लिया, कंप्लीट कर लिया है ना। कंप्लीट होने करके ही एक्शन उन्होंने तां करके ही B3 नूं फिनिश्ड एक्शन कहा जाता है ना। दे हैव गॉन टू दिल्ली, वो दिल्ली जा चुके हैं, सबजैक्ट की है स्टूडेंट्स दे, वो दिल्ली जा चुके हैं। गो वेंट गॉन, गॉन की है वर्ब की थर्ड फॉर्म, तो सबजैक्ट दे नाल की आई है B3 आया है ना परफेक्ट दे विच। तो स्टूडेंट्स की हैगा B3 सब प्रैजेंट परफेक्ट दे विच की है, सबजैक्ट दे नाल जदों आया तो कोई फर्क नहीं पिया, क्योंकि सबजैक्ट की है इहदा प्लूरल है ना। सबजैक्ट की है स्टूडेंट्स इहदा प्लूरल है। हुण स्टूडेंट्स सैकंड एग्जाम्पल देखो, सैकंड एग्जाम्पल, शी हैज़ रिटन आ स्टोरी, वो एक कहानी लिख चुकी है, मीनस कि उन्हें अपना एक्शन की कर लिया, कंप्लीट कर लिया, वो अपनी कहानी लिख चुकी है ना। शी की है साडा सबजैक्ट, राइट रॉट रिटन, रिटन की है वर्ब की थर्ड फॉर्म है ना। तो की हैगा आ स्टोरी साडा ऑब्जेक्ट है, वो अपनी कहानी लिख चुकी है ना, अपना एक्शन कंप्लीट कर लिया, तां करके की है रिटन वर्ब की थर्ड फॉर्म यूज की है, क्योंकि जदों भी एक्शन कंप्लीट होंदा है उदों वर्ब की थर्ड फॉर्म ही यूज की जाती है। हुण यही थर्ड फॉर्म ऑफ द वर्ब पास्ट परफेक्ट दे विच किवें यूज की जाती है स्टूडेंट्स। पास्ट परफेक्ट दे विच सबजैक्ट लगाओ, कहते नाल हैल्पिंग वर्ब हैड, फिर B3 प्लस ऑब्जेक्ट। एग्जाम्पल फर्स्ट की है, दे हैड गॉन टू दिल्ली, वो दिल्ली जा चुके सी, वो दिल्ली जा चुकी सी। शी हैड रिटन आ स्टोरी, वो एक कहानी लिख चुकी सी है ना। हुण उन्हें अपना एक्शन पास्ट दे विच ही कंप्लीट कर लिया सी, तां करके शी जो है सबजैक्ट, उन्हें अपना एक्शन की है कंप्लीट कर लिया। राइट रॉट रिटन, रिटन की है B3 है स्टूडेंट्स। इस तरह फ्यूचर परफेक्ट टेंस की होएगा उसका पैटर्न। फ्यूचर परफेक्ट का देखो स्टूडेंट्स, सबजैक्ट प्लस विल शैल लगाओ, प्लस हैव B3 प्लस की आएगा स्टूडेंट्स तुहाडा ऑब्जेक्ट आएगा है ना, प्लस की आएगा स्टूडेंट्स तुहाडा ऑब्जेक्ट आएगा।
ਫਿਊਚਰ ਪਰਫੈਕਟ ਟੈਂਸ ਦੇ ਵਿੱਚ ਇੱਕ ਐਗਜ਼ਾਮਪਲ ਲਈ ਹੋਈ ਹੈ, ਦੇ ਵਿਲ ਹੈਵ ਗੋਨ ਟੂ ਦਿੱਲੀ, ਉਹ ਦਿੱਲੀ ਜਾ ਚੁੱਕੇ ਸੀ, ਹੈ ਨਾ। ਤਾਂ ਵਿਲ ਹੈਵ ਤੋਂ ਤੁਹਾਨੂੰ ਕੀ ਪਤਾ ਲੱਗਿਆ ਕਿ ਇਹ ਫਿਊਚਰ ਦਾ ਐਕਸ਼ਨ ਹੈਗਾ, ਹੈ ਨਾ, ਫਿਊਚਰ ਦੇ ਵਿੱਚ ਹੈ। ਗੋਨ ਵਰਬ ਦੀ ਥਰਡ ਫੋਰਮ ਹੈ ਨਾ। ਦੇ ਹੈਵ ਗੋਨ ਟੂ ਦਿੱਲੀ, ਉਹ ਦਿੱਲੀ ਜਾ ਚੁੱਕੇ ਹੋਣਗੇ। ਸੈਕੰਡ ਐਗਜ਼ਾਮਪਲ, ਵੀ ਸ਼ੈਲ ਹੈਵ ਪਲੇਡ ਆ ਡਰਾਮਾ, ਅਸੀਂ ਇੱਕ ਡਰਾਮਾ ਖੇਡ ਚੁੱਕੇ ਹੋਵਾਂਗੇ, ਹੈ ਨਾ ਸਟੂਡੈਂਟਸ। ਤਾਂ ਇੱਥੋਂ ਕੀ ਪਤਾ ਲੱਗਦਾ ਸਟੂਡੈਂਟਸ, ਪਹਿਲਾਂ ਤਾਂ ਸਾਰੇ ਇਹਨਾਂ ਐਗਜ਼ਾਮਪਲ ਜਿਹਦੇ ਸਬਜੈਕਟ ਦੇਖੋ, ਕਿਉਂਕਿ ਤੁਹਾਡਾ ਜੋ ਰੂਲਜ਼ ਸੀਗੇ V3 ਨੂੰ ਲੈ ਕੇ, ਉਹਦੇ ਵਿੱਚ ਕੀ ਕਹਿ ਰਿਹਾ ਸੀ, ਕਹਿੰਦੇ ਨੋ ਸਿੰਗੂਲਰ ਨੋ ਪਲੂਰਲ। ਕੀ ਕਹਿ ਰਿਹਾ ਸੀਗਾ, ਕਹਿੰਦੇ ਸਬਜੈਕਟ ਸਿੰਗੂਲਰ ਹੋਵੇ ਜਾਂ ਪਲੂਰਲ, ਬੀ ਥਰਡ ਨੂੰ ਕੋਈ ਫਰਕ ਨਹੀਂ ਪੈਂਦਾ। ਤਾਂ ਦੇ ਸ਼ੀ ਹੈ ਨਾ, ਵੀ ਸਾਰੇ ਸਬਜੈਕਟ, ਸ਼ੀ ਸਿੰਗੂਲਰ ਹੈ, ਦੇ ਪਲੂਰਲ ਹੈ, ਬੀ ਪਲੂਰਲ ਹੈ। ਤਾਂ ਇਹਦੇ ਨਾਲ ਹਮੇਸ਼ਾ ਥਰਡ ਫਾਰਮ ਆਈ ਹੈ, ਕੋਈ ਇਹਦੇ ਵਿੱਚ ਚੇਂਜ ਨਹੀਂ ਆਇਆ, ਠੀਕ ਹੈ ਸਟੂਡੈਂਟਸ। ਤਾਂ ਬੀ ਥਰਡ ਯੂਜ ਕਰਨ ਦੇ ਲਈ ਕੀ ਹੁੰਦਾ ਹੈਗਾ, ਇਹ ਪਰਫੈਕਟ ਟੈਂਸ ਜਿਹਦੇ ਵਿੱਚ ਆਉਂਦੀ ਹੈਗੀ, ਅਤੇ ਇਹਨੂੰ ਫਿਨਿਸ਼ਡ ਐਕਸ਼ਨ ਦੇ ਲਈ ਯੂਜ ਕੀਤਾ ਜਾਂਦਾ ਹੈ, ਠੀਕ ਹੈ ਸਟੂਡੈਂਟਸ। ਹੁਣ ਆਪਾਂ ਡਿਸਕਸ ਕਰ ਦਿਆਂਗੇ B4 ਵਰਬ ਦੀ ਫੋਰਥ ਫੋਰਮ। ਜਦੋਂ ਆਪਾਂ ਵਰਬ ਦੀ ਫਸਟ ਫੋਰਮ ਨਾਲ ING ਲਗਾ ਦਿੰਦੇ ਹਾਂ, ਜਿਵੇਂ ਗੋ ਦੇ ਨਾਲ ING ਲਗਾ ਕੇ ਗੋਇੰਗ ਬਣਾ ਦਿੱਤਾ, ਆਸਕ ਦੇ ਨਾਲ ING ਲਗਾ ਕੇ ਆਸਕਿੰਗ ਬਣਾ ਦਿੱਤਾ, ਪਲਕ ਦੇ ਨਾਲ ING ਲਗਾ ਕੇ ਪਲਕਿੰਗ ਬਣਾ ਦਿੱਤਾ। ਤਾਂ ਐਵੇਂ ਜਦੋਂ ਵਰਬ ਦੀ ਫਸਟ ਫੋਰਮ ਦੇ ਨਾਲ ING ਲਗਾਉਂਦੇ ਹਾਂ, ਤਾਂ ਮੈਂ ਤੁਹਾਨੂੰ ਦੱਸਿਆ ਕਿ ਉਸ ਨੂੰ ਅਸੀਂ ਫੋਰਥ ਫੋਰਮ ਆਫ ਦਾ ਵਰਬ ਆਖਦੇ ਹਾਂ। ਤਾਂ ਇਹਨੂੰ ਯੂਜ ਕਰਨ ਦੇ ਲਈ ਕੀ ਜ਼ਰੂਰੀ ਹੁੰਦਾ, ਦੇਖੋ, ਇਟ ਇਜ਼ ਫੋਰਥ ਫੋਰਮ ਆਫ ਵਰਬ, ਕਹਿੰਦੇ ਇਹਨੂੰ ਵਰਬ ਦੀ ਚੌਥੀ ਫੋਰਮ ਕਿਹਾ ਜਾਂਦਾ ਹੈ। ਨੋ ਸਿੰਗੂਲਰ ਨੋ ਪਲੂਰਲ, ਸਬਜੈਕਟ ਸਿੰਗੂਲਰ ਹੋਵੇ ਪਲੂਰਲ ਹੋਵੇ ਕੋਈ ਫਰਕ ਨਹੀਂ ਪੈਂਦਾ। ਕੰਟੀਨਿਊਸ ਫੋਰਮ ਆਫ ਦਾ ਵਰਬ, ਇਸ ਨੂੰ ਜੋ ਐਕਸ਼ਨ ਚੱਲ ਰਿਹਾ ਉਸ ਦੇ ਲਈ ਯੂਜ ਕੀਤਾ ਜਾਂਦਾ ਹੈ। ਮੀਨਸ ਕਿ ਕੰਟੀਨਿਊਸ ਟੈਂਸ ਨੇ ਜਿਹੜੇ ਉਹਨਾਂ ਵਿੱਚ ਯੂਜ ਕੀਤਾ ਜਾਂਦਾ ਹੈ, ਜਿਵੇਂ ਪ੍ਰੈਜੈਂਟ ਕੰਟੀਨਿਊਸ ਟੈਂਸ ਹੋ ਗਿਆ, ਪਾਸਟ ਕੰਟੀਨਿਊਸ ਟੈਂਸ, ਫਿਊਚਰ ਕੰਟੀਨਿਊਸ ਟੈਂਸ, ਉਹਨਾਂ ਵਿੱਚ ਯੂਜ ਕੀਤਾ ਜਾਂਦਾ। ਪ੍ਰੈਜੈਂਟ ਕੰਟੀਨਿਊਸ ਟੈਂਸ ਦਾ ਪੈਟਰਨ ਦੇਖੋ ਪਹਿਲਾਂ ਕਿਵੇਂ ਯੂਜ ਕੀਤਾ। ਇਹਦੇ ਵਿੱਚ ਕਹਿੰਦੇ ਸਬਜੈਕਟ ਲਗਾਓ, ਨਾਲ ਇਜ਼ ਐਮ ਆਰ, ਤਿੰਨਾਂ ਦੇ ਵਿੱਚੋਂ ਹੈਲਪਿੰਗ ਵਰਬ ਇੱਕ ਲਓ। ਜੇ ਸਿੰਗੂਲਰ ਸਬਜੈਕਟ ਹੈ ਤਾਂ ਇਜ਼ ਲਗਾਓ, ਜੇ ਆਈ ਹੈ ਤਾਂ ਐਮ ਲਗਾਓ, ਜੇ ਸਬਜੈਕਟ ਪਲੂਰਲ ਹੈ ਤਾਂ ਉਹਦੇ ਨਾਲ ਕੀ ਯੂਜ ਕਰੋ, ਆਰ ਯੂਜ ਕਰੋ। ਤਾਂ ਇਹ ਹੈਲਪਿੰਗ ਵਰਬਜ਼ ਬਾਰੇ ਫੈਮਲੀਅਰ ਹੋ ਪਹਿਲਾਂ, ਹੈ ਨਾ। ਸਬਜੈਕਟ ਲਗਾ ਪਲੱਸ ਹੈਲਪਿੰਗ ਵਰਬ, ਫਿਰ ਵਰਬ ਦੀ ਫਸਟ ਫੋਰਮ ਲਗਾ ਕੇ ING ਲਗਾਓ, ਮੀਨਸ ਕਿ ਫੋਰਥ ਫੋਰਮ ਆਫ ਦਾ ਵਰਬ ਲਗਾਓ, ਫਿਰ ਆਬਜੈਕਟ ਯੂਜ ਕੀਤੋ। ਜਿਵੇਂ ਕਿ ਤੁਹਾਡੀ ਐਗਜ਼ਾਮਪਲ ਦੇ ਵਿੱਚ ਦਿੱਤਾ ਗਿਆ, ਦੇ ਆਰ ਗੋਇੰਗ ਟੂ ਦਿੱਲੀ, ਉਹ ਦਿੱਲੀ ਜਾ ਰਹੇ ਹਨ, ਮੀਨਸ ਕਿ ਐਕਸ਼ਨ ਕੀ ਹੈ, ਕੰਟੀਨਿਊ ਹੋ ਰਿਹਾ ਹੈਗਾ, ਅਜੇ ਚੱਲ ਰਿਹਾ ਹੈਗਾ, ਜਾਰੀ ਹੈਗਾ, ਹੈ ਨਾ। ਦੇ ਆਰ ਗੋਇੰਗ ਟੂ ਦਿੱਲੀ, ਉਹ ਅਜੇ ਦਿੱਲੀ ਜਾ ਰਹੇ ਨੇ, ਨਾ ਤਾਂ ਐਕਸ਼ਨ ਅਜੇ ਕੰਪਲੀਟ ਹੋਇਆ, ਠੀਕ ਹੈ, ਅਜੇ ਚੱਲ ਰਿਹਾ ਹੈਗਾ, ਠੀਕ ਹੈ, ਨਾ ਜੇ ਉਹ ਕਰਨਗੇ, ਮੀਨਸ ਕਿ ਪ੍ਰੈਜੈਂਟ ਦੇ ਵਿੱਚ ਉਹ ਐਕਸ਼ਨ ਚੱਲ ਰਿਹਾ ਹੈਗਾ। ਤਾਂ ਕਰਕੇ ਜਦੋਂ ਐਕਸ਼ਨ ਚੱਲ ਰਿਹਾ ਹੋਵੇ, ਉਦੋਂ ਜਦੋਂ ਅਸੀਂ ਵਰਬ ਦੀ ਫਸਟ ਫੋਰਮ ਨਾਲ ING ਲਗਾ ਕੇ ਫੋਰਥ ਫੋਰਮ ਆਫ ਦਾ ਵਰਬ ਯੂਜ ਕਰਦੇ ਹਾਂ, ਉਹਨੂੰ ਅਸੀਂ ਕੰਟੀਨਿਊਸ ਫੋਰਮ ਆਫ ਦਾ ਵਰਬ ਆਖਦੇ ਹਾਂ। ਦੇ ਆਰ ਗੋਇੰਗ ਟੂ ਦਿੱਲੀ, ਦੇ ਕੀ ਹੈ ਸਬਜੈਕਟ, ਗੋਇੰਗ ਵਰਬ ਦੀ, ਗੋ ਵਰਬ ਦੀ ਫਸਟ ਫੋਰਮ ਹੈ, ਨਾਲ ING ਲਗਾ ਕੇ ਵਰਬ ਦੀ ਫੋਰਥ ਫੋਰਮ ਬਣਾ ਦਿੱਤੀ, ਹੈ ਨਾ। ਦੇ ਆਰ ਗੋਇੰਗ ਟੂ ਦਿੱਲੀ, ਉਹ ਦਿੱਲੀ ਜਾ ਰਹੇ ਹਨ। ਸ਼ੀ ਇਜ਼ ਰੀਡਿੰਗ ਅ ਬੁੱਕ, ਉਹ ਇੱਕ ਕਿਤਾਬ ਪੜ੍ਹ ਰਹੀ ਹੈ, ਹੈ ਨਾ। ਤਾਂ ਪੈਟਰਨ ਬਿਲਕੁਲ ਸੇਮ ਸਾਡਾ ਆ ਗਿਆ। ਸ਼ੀ ਸਾਡਾ ਸਬਜੈਕਟ, ਇਜ਼ ਹੈਲਪਿੰਗ ਵਰਬ, ਰੀਡ ਵਰਬ ਦੀ ਫਸਟ ਫੋਰਮ ਨਾਲ ING, ਰੀਡ ਤੋਂ ਰੀਡਿੰਗ ਬਣਾ ਦਿੱਤਾ, ਏ ਬੁੱਕ ਆਬਜੈਕਟ ਆ ਗਿਆ। ਤਾਂ ਪੈਟਰਨ ਸਾਡਾ ਇਹ ਵਾਲਾ ਬਿਲਕੁਲ ਇੱਥੇ ਸੇਮ ਆ ਜਾਏਗਾ ਸਟੂਡੈਂਟਸ, ਠੀਕ ਹੈ ਜੀ। ਤਾਂ ਦੇਖੋ ਇਹ ਕਹਿ ਰਿਹਾ ਸੀ ਨੋ ਸਿੰਗੂਲਰ ਨੋ ਪਲੂਰਲ, ਸਬਜੈਕਟ ਸਿੰਗੂਲਰ ਹੋਵੇ ਪਲੂਰਲ ਹੋਵੇ ਕੋਈ ਫਰਕ ਨਹੀਂ ਪੈਂਦਾ। ਦੇ ਪਲੂਰਲ ਹੈ, ਸ਼ੀ ਸਿੰਗੂਲਰ ਹੈ ਸਬਜੈਕਟ, ਅਤੇ ਇਹਨਾਂ ਦੇ ਨਾਲ ਵਰਬ ਦੀ ਫਸਟ ਫੋਰਮ ਨਾਲ ਜੋ ਵੀ ING ਆਏ ਹੈ ਕੋਈ ਫਰਕ ਨਹੀਂ ਪਿਆ। ਪਾਸਟ ਕੰਟੀਨਿਊਸ ਟੈਂਸ ਦੇ ਵਿੱਚ B4 ਕਿਵੇਂ ਯੂਜ ਕਰਨੀ ਹੈ, ਕੁਛ ਨਹੀਂ, ਸਿਰਫ ਹੈਲਪਿੰਗ ਵਰਬਜ਼ ਚੇਂਜ ਹੁੰਦੀਆਂ। ਉਹਦੇ ਵਿੱਚ ਇਜ਼ ਐਮ ਆਰ ਸੀ ਪ੍ਰੈਜੈਂਟ ਕੰਟੀਨਿਊਸ 'ਚ, ਪਾਸਟ ਕੰਟੀਨਿਊਸ ਦੀਆਂ ਹੈਲਪਿੰਗ ਵਰਬਜ਼ ਮੈਂ ਤੁਹਾਨੂੰ ਪਹਿਲਾਂ ਡਿਸਕਸ ਕੀਤੀਆਂ ਨਹੀਂ ਹੈ। ਪਾਸਟ ਦੇ ਵਿੱਚ ਵਾਜ਼ ਵਾਰ ਆਉਣਗੀਆਂ, ਹੈ ਨਾ। ਸਬਜੈਕਟ ਪਲੱਸ ਵਾਜ਼ ਵਾਰ ਪਲੱਸ ਫੋਰਥ ਫੋਰਮ ਆਫ ਦਾ ਵਰਬ ਲਗਾ ਲਓ, ਜਾਂ ਵਰਬ B1 ਦੇ ਨਾਲ ING ਲਗਾ ਲਓ, ਪਲੱਸ ਆਬਜੈਕਟ। ਸ਼ੀ ਵਾਜ਼ ਗੋਇੰਗ ਟੂ ਦਿੱਲੀ, ਸ਼ੀ ਸਬਜੈਕਟ, ਵਾਜ਼ ਹੈਲਪਿੰਗ ਵਰਬ, ਗੋ ਵਰਬ ਦੀ ਫਸਟ ਫੋਰਮ ਨਾਲ ING ਲਗਾ ਕੇ ਫੋਰਥ ਫੋਰਮ ਆਫ ਦਾ ਵਰਬ ਬਣਾਤੀ। ਟੂ ਦਿੱਲੀ ਸਾਡਾ ਕੀ ਹੋ ਗਿਆ, ਆਬਜੈਕਟ। ਸ਼ੀ ਵਾਜ਼ ਗੋਇੰਗ ਟੂ ਦਿੱਲੀ, ਉਹ ਦਿੱਲੀ ਜਾ ਰਹੀ ਸੀ, ਪਾਸਟ ਦੇ ਵਿੱਚ ਐਕਸ਼ਨ ਚੱਲ ਰਿਹਾ ਸੀਗਾ, ਹੈ ਨਾ, ਕੰਪਲੀਟ ਨਹੀਂ ਹੋਇਆ ਸੀ ਪਾਸਟ ਦੇ ਵਿੱਚ, ਠੀਕ ਹੈ। ਤਾਂ ਕਰਕੇ ਇਹਨੂੰ ਕੰਟੀਨਿਊਸ ਫੋਰਮ ਕਿਹਾ। ਸਬਜੈਕਟ ਸ਼ੀ ਰਿਹਾ ਤਾਂ ਵੀ
फोर्थ फॉर्म ऑफ वर्ब आ गई, कोई फर्क नहीं पिया। दे वर रीडिंग इन द लाइब्रेरी। फ्यूचर कंटिन्यूज टेंस ਦੇ ਵਿੱਚ स्टूडेंट्स किमें यूज किया जाता है इनू। फ्यूचर कंटिन्यूज ਦੇ ਵਿੱਚ देखो तुसी फ्यूचर कंटिन्यूज टेंस सबजैक्ट प्लस विल शैल हैल्पिंग वर्ब, फिर बी वन के नाल ING प्लस ऑब्जैक्ट। सिर्फ हैल्पिंग वर्ब विल शैल असीं फ्यूचर ਦੀਆਂ हैल्पिंग वर्ब 'ਚ लैके आए हैं, ਜਿਹੜੇ मैं ਤੁਹਾਨੂੰ ਦੱਸੀਆਂ ਨੇ ਪਹਿਲਾਂ ਜਦੋਂ ਆਪਾਂ ਮੇਨ वर्ब ਤੇ हैल्पिंग वर्ब ਦਾ डिफरेंस ਕਲੀਅਰ ਕਰ ਰਹੇ ਸੀਗੇ। ਉਦੋਂ ਤੁਹਾਨੂੰ ਵਿਲ ਸ਼ੈਲ ਦੱਸਿਆ ਸੀ ਕਿ ਫਿਊਚਰ ਦੇ ਵਿੱਚ ਯੂਜ ਹੁੰਦੀਆਂ ਨੇ ਹੈਲਪਿੰਗ ਵਰਬ 'ਚ। ਆਈ ਵਿਲ ਬੀ ਗੋਇੰਗ ਟੂ ਦਿੱਲੀ, ਮੈਂ ਦਿੱਲੀ ਜਾ ਰਿਹਾ ਹੋਵਾਂਗਾ, ਮੈਂ ਦਿੱਲੀ ਜਾ ਰਿਹਾ ਹੋਵਾਂਗਾ। ਤਾਂ ਆਈ ਸਾਡਾ ਸਬਜੈਕਟ ਹੈ, ਗੋ V1 ਦੇ ਨਾਲ ING ਗੋਇੰਗ ਲਗਾਤਾ, ਤਾਂ ਇਹ ਕੀ ਹੈ B4 ਬਣਾ ਦਿੱਤੀ ਅਸੀਂ, ਹੈ ਨਾ, B4 ਯੂਜ ਕੀਤੀ। ਇਸੇ ਤਰ੍ਹਾਂ ਸਟੂਡੈਂਟਸ ਕੀ ਹੈ B5 ਹੈ, B5 ਕਿੱਥੇ ਯੂਜ ਕਰਨੀ ਆ ਉਹ ਦੇਖੋ ਪਹਿਲਾਂ ਤੁਸੀਂ। B5 ਇਹ ਸਟੂਡੈਂਟਸ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਕਨਫਿਊਜ਼ਨ ਕ੍ਰੀਏਟ ਕੀਤੀ ਹੋਈ ਹੈ। B5 ਸਟੂਡੈਂਟਸ ਕੀ ਹੈ, ਪਹਿਲਾਂ ਕੀ ਕਹਿੰਦਾ ਪ੍ਰੈਜੈਂਟ ਫਾਰਮ ਆਫ ਦਾ ਵਰਬ, ਕਿ ਇਹ ਵਰਬ ਦੀ ਪ੍ਰੈਜੈਂਟ ਫਾਰਮ ਹੈ, ਮੀਨਸ ਕਿ ਪ੍ਰੈਜੈਂਟ ਟੈਂਸ ਦੇ ਵਿੱਚ ਯੂਜ ਕੀਤੀ ਜਾਂਦੀ ਹੈ ਜਿਹੜੀ B5 ਹੈ। B5 ਹੁੰਦੀ ਕੀ ਹੈ ਪਹਿਲਾਂ ਇਹ ਦੇਖੋ, ਜਦੋਂ ਵਰਬ ਦੀ ਫਸਟ ਫਾਰਮ ਦੇ ਨਾਲ S ਜਾਂ ES ਲਗਾ ਦਿੰਦੇ ਹਾਂ ਉਹਨੂੰ ਫਿਫਥ ਫਾਰਮ ਆਫ ਦਾ ਵਰਬ ਅਸੀਂ ਆਖ ਦਿੰਦੇ ਹਾਂ, ਠੀਕ ਹੈ। ਜਿਵੇਂ ਗੋ ਦੇ ਨਾਲ ES ਲਗਾ ਕੇ ਗੋਜ਼ ਬਣਾ ਦਿੱਤਾ, ਆਸਕ ਦੇ ਨਾਲ S लगा के आस्क्स बना दिता, है ना। रीड के नाल S लगा के रीड्स बना दिता, है ना। तो उन्होंने फिफ्थ फॉर्म ऑफ द वर्ब आख दें। तो इसलिए स्टूडेंट्स की है पैटर्न की होना चाहिए, कहते इनू कम्स विद सिंगुलर सबजैक्ट। प्रैजेंट फॉर्म ऑफ द वर्ब है, मीनस कि प्रैजेंट टेंस के यूज किया जाता, पहला तो ये चीज़ है। सैकेंड की है कम्स विद सिंगुलर सबजैक्ट, जो सबजैक्ट की है साडा सिंगुलर हो, सिर्फ उदों ही B5 आएगी ਜਦੋਂ सबजैक्ट प्रैजेंट ਦੇ ਵਿੱਚ प्लूरल होएगा, उदों साडी B5 नहीं आएगी, उदों साडा B1 आएगा, ना कि B5 ਜਦੋਂ सबजैक्ट साडा प्लूरल होएगा। पर ਜਦੋਂ सबजैक्ट सिंगुलर होएगा फिर साडा प्रैजेंट ਦੇ ਵਿੱਚ B5 आएगा, ठीक है स्टूडेंट्स। ਹੁਣ B5 ਦੇ ਲਈ प्रैजेंट ਦੇ ਵਿੱਚ ਇੱਕ पैटर्न बनाया, सिंपल प्रैजेंट टेंस ਦਾ ਇੱਕ पैटर्न है स्टूडेंट्स। पैटर्न देखो सिंपल प्रैजेंट टेंस ਦਾ पैटर्न, ਕਹਿੰਦੇ सबजैक्ट प्लस वर्ब ਦੀ फिफ्थ फॉर्म नाल S ਜਾਂ ES प्लस ऑब्जैक्ट। सबजैक्ट प्लस वर्ब की फस्ट फॉर्म नाल S या ES लगाओ, या इकट्ठा कह लो सबजैक्ट प्लस B5 लगाओ प्लस ऑब्जैक्ट लगाओ। हुण स्टूडेंट्स कन्फ्यूजन कित्थे है, हुण कन्फ्यूजन है S ते ES दी कि सबजैक्ट जिहड़ी वर्ब है S कदों लगाना उहदे नाल ते ES कदों लेना है। स्टूडेंट्स पहले तो देखो सिंगुलर सबजैक्ट की हुंदा है। सिंगुलर सबजैक्ट ही शी इट ਜਾਂ ਕਿਸੇ ਇੱਕ ਪਰਸਨ ਦਾ ਜਦੋਂ ਨਾਮ ਆ ਜੇ ਉਹਨੂੰ ਅਸੀਂ ਸਿੰਗੂਲਰ ਸਬਜੈਕਟ ਆਖਦੇ ਹਾਂ, ਠੀਕ ਹੈ। ਹੁਣ ਜਦੋਂ ਸਿੰਗੂਲਰ ਸਬਜੈਕਟ ਆਉਂਦਾ ਉਹਦੇ ਨਾਲ S ਜਾਂ ES ਕਦੋਂ ਲਗਾਉਣਾ ਉਹ ਦੇਖੋ ਸਟੂਡੈਂਟਸ। ਜਦੋਂ ਸਾਡਾ ਕੀ ਹੁੰਦਾ ਸਾਡੇ ਕੋਲ S, ਜਦੋਂ ਸਟੂਡੈਂਟਸ ਸਾਡੇ ਕੋਲ ਕੀ ਆਵੇ ਸੈਂਟੈਂਸ ਦੇ ਵਿੱਚ ਦੇਖੋ, ਜਦੋਂ ਸਟੂਡੈਂਟਸ ਸਾਡੇ ਕੋਲ ਸੈਂਟੈਂਸ ਦੇ ਵਿੱਚ ਵਰਬ ਦਾ ਜਿਹੜਾ ਐਂਡ ਹੈਗਾ ਉਹ ਕਿਹੜੇ ਸ਼ਬਦਾਂ ਦੇ ਨਾਲ ਹੋਵੇ, S, SH, CH, X, ZO। ਜਦੋਂ ਵਰਬ ਦਾ ਐਂਡ ਕੀ ਹੈ ਇਹਨਾਂ ਲੈਟਰਸ ਦੇ ਨਾਲ ਹੁੰਦਾ ਤਾਂ ਉਹ ਵਰਬ ਦੇ ਨਾਲ ਅਸੀਂ ਹਮੇਸ਼ਾ ES ਲਗਾਉਂਦੇ ਹਾਂ, ਅਦਰਵਾਈਜ਼ ਅਸੀਂ ਕੀ ਯੂਜ ਕਰਦੇ ਹਾਂ ਸਿੰਪਲ S ਲਗਾ ਦਿੰਦੇ ਹਾਂ, ਠੀਕ ਹੈ। ਜਦੋਂ ਵਰਬ ਦਾ ਐਂਡ SH, CH, X, ZO ਦੇ ਨਾਲ ਹੁੰਦਾ ਉਦੋਂ ਅਸੀਂ ES ਯੂਜ ਕਰਦੇ ਹਾਂ। ਜਦੋਂ ਇਹਨਾਂ 6 ਲੈਟਰਸ ਦੇ ਵਿੱਚੋਂ ਵਰਬ ਦੇ ਐਂਡ ਤੇ ਇਹਨਾਂ 'ਚੋਂ ਕੋਈ ਵੀ ਨਹੀਂ ਹੈਗਾ, ਠੀਕ ਹੈ, ਉਦੋਂ ਸਿੰਪਲ ਅਸੀਂ S ਲਗਾ ਦਿੰਦੇ ਹਾਂ, ਠੀਕ ਹੈ ਸਟੂਡੈਂਟਸ। ਹੁਣ ਦੇਖੋ ਇੱਕ ਐਗਜ਼ਾਮਪਲ ਲਈ ਹੈ ਮੈਂ, ਸੈਮ ਲਵਜ਼ ਹਿਜ਼ ਕੈਟ। ਸੈਮ ਆਪਣੀ ਬਿੱਲੀ ਨੂੰ ਪਿਆਰ ਕਰਦਾ ਹੈ। ਹੁਣ ਸੈਮ ਹੈ, ਕੌਣ ਪਿਆਰ ਕਰਦਾ ਬਿੱਲੀ ਨੂੰ, ਸੈਮ। ਸੈਮ ਕੀ ਹੋ ਗਿਆ ਸਟੂਡੈਂਟਸ ਸਾਡਾ सबजेक्ट हो गया, है ना। लव की हो गया वर्ब हो गया, हिज कैट की होगी स्टूडेंट्स साड़ी ऑब्जेक्ट हो गया। हुण लव सीगा, लव दे नाल मैंने की लगाया है S। सैम सिंगुलर सबजैक्ट सी, सिंगुलर सबजैक्ट सीगा तो सिंगुलर सबजैक्ट होने करके जिहड़ी इहदे नाल वर्ब लगेगी, कहंदे जो वर्ब है वर्ब दे नाल की लगाओ S या ES लगाओ। हुण सिंगुलर सबजैक्ट सी उदों बाद वर्ब की सी मेरी लव, LOVE। हुण तुसीं ने लव दे नाल S लगाउणा है ਜਾਂ ES लगाउणा है ना। लव दे नाल S लगाउणा है
ਜਾਂ ES ਲਗਾਉਣਾ। ਹੁਣ ਤੁਸੀਂ ਕੀ ਸਟੂਡੈਂਟਸ ਇੰਨਾ ਲੈਟਰ ਜਿਹਦੇ ਵਿੱਚੋਂ ਦੇਖੋ ਕਿ ਲਵ ਦਾ ਜਿਹੜਾ ਐਂਡ ਵਾਲੇ ਲੈਟਰਸ ਨੇਗੇ ਇਹਨਾਂ 'ਚ ਕੋਈ ਹੈਗਾ S ਹੈਗਾ ਐਂਡ 'ਤੇ SH CH XZO ਨਹੀਂ, ਇੱਥੇ ਕੁਛ ਵੀ ਨਹੀਂ ਹੈਗਾ, ਤਾਂ ਕਰਕੇ ਸਿੰਪਲ ਅਸੀਂ ਲਵ ਦੇ ਨਾਲ ਕੀ ਲਗਾ ਦਿੱਤਾ S, ਲਵ ਤੋਂ ਲਵਜ ਬਣਾਤਾ। ਸੈਮ ਲਵਜ ਹਿਜ ਕੈਟ, ਸਬਜੈਕਟ ਪਲੱਸ B5 ਪਲੱਸ ऑब्जेक्ट हो गया। इस तरह सैकंड एग्जाम्पल देखो स्टूडेंट्स, शी गोज सैकंड शी गोज टू टैंपल, वो मंदिर जाती है ना। हुण देखो स्टूडेंट्स कौन मंदिर जाती है, शी की है साडा, शी की है स्टूडेंट्स साडा सबजैक्ट। उस तो बाद गो वर्ब दी फस्ट फॉर्म है, पर पैटर्न की कहता है, कहना सबजैक्ट जो सिंगूलर हो, छी सबजैक्ट की है साडा सिंगूलर है, जो सबजैक्ट सिंगूलर है तो वर्ब की जी फॉर्म लगाने फस्ट वो S या ES लगाने आप है ना। तो टू टैंपल की है साडा ऑब्जेक्ट। हुण देखना ये है सबजैक्ट तो बाद जी वर्ब है साडी गो, ये ES क्यों लगाया स्टूडेंट्स, जी गो वर्ब है ना गो, देखो एंड ते ये की आउंदा हैगा ओ आंदा है, तो ES लगाने वास्ते वर्ब के एंड ते इन्ना च होना चाहिए, इन्हां दे विच की है वो आप है, वर्ब के एंड ते O होवे जां Z X SH CH S होवे तां असीं ES लगाना। गो दे पिछे की आंदा है साडा O आंदा है, तां करके असीं ने गो तो की बना दिता, गो दे नाल ES ला दिता, गोज बना दिता, शी गोज टू टैंपल। ठीक है स्टूडेंट्स, इस तरह साडा की सीगा स्टूडेंट्स कई वर्ड्स यह जे नेगे, कई वर्ब्स यह जे ने जिन्हां दे एंड ते की आउंदा साडे कोल वाई आउंदा हैगा। वर्ब एंड विद कॉन्सोनेंट वाई चेंज इंटू IES, कहते कुछ वर्ब जिन्हां दे एंड ते की है वाई आ जाता है, उन्होंने की करो तुसीं वाई नूं आई विच कन्वर्ट करके चेंज करके ES लगा दो है ना। जिमें की है एक एग्जाम्पल हैगा, महक क्राइज इन द रूम, महक रूम विच रोंदा है ना, महक रूम विच रोंदा है, तो महक कौन रोंदा है, महक सबजैक्ट, उस तो बाद सबजैक्ट सिंगूलर है, महक एक परसन का नाम है, तो नाल जिहड़ी वर्ब किराए लगी हुई है, किराए वर्ब है, तो वाई नूं असीं काहदे विच चेंज कर दो, पैटर्न की कहंदा हैगा आई दे विच चेंज करके ES लगा दो। तो मैंने की बना दिता सबजैक्ट सिंगूलर सी, किराए नूं किराइज बना दिता ताकि असीं वर्ब दा फिफ्थ फॉर्म कर सकीए। इन द रूम साडा की हो गया सबजैक्ट हो गया, महक क्राइज इन द रूम। इस तरह स्टूडेंट्स की है ये सीगा वर्ब की फिफ्थ फॉर्म, जिहदे विच तुहानूं की कहा जाता है कि वर्ब की फस्ट फॉर्म नाल S या ES लगा के तुसीं अपना सिंपल प्रैजेंट टेंस बनाओ है ना। तो जदों तक स्टूडेंट्स तुहाडे कोल की हुंदा सबजैक्ट सिंगूलर हुंदा उदों ही वर्ब की फिफ्थ फॉर्म यूज की जाती है, मीनज के वर्ब की फस्ट फॉर्म नाल S या ES लगाने। हुण सबजैक्ट सिंगूलर है तो वर्ब की फस्ट फॉर्म नाल S कदों लगावांगे, S लगावांगे, ES कदों लगावांगे, पहला ये देखो ES उदों लगावांगे जदों साडे कोल वर्ब दा एंड S SH CH XZ O लैटर दे नाल हो रहा तो उदों ES यूज करनी है। पर जदों इन्हां 6 लैटरज दे विचों, इन्हां 6 लैटरज दे विचों किसी भी लैटर नाल वर्ब दा एंड नहीं हो रहा, उदों तुसीं सिंगूलर सबजैक्ट दे नाल सिंपल की लगा दो S लगा दो। ठीक है स्टूडेंट्स, तो ये सीगी स्टूडेंट्स वर्ब। ठीक है, तो आई होप तुहानूं समझ आया होगा। थैंक यू एंड हैव अ नाइस डे।